ਸਤਨਾਮ ਵਾਹਿਗੁਰੂ ਸਾਹਿਬ ਜੀ। ਨਿਰਗੁਣ ਆਰਿਆਨਿਆ ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਏ। ਖਸਮ ਬਿਸਾਰ ਆਨ ਕਮ ਲਾਗੈ ਕੌਡੀ ਬਦਲੈ ਰਤਨ ਤਿਆਗਹਿ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੈ ਜਾਏ। ਨਾਮ ਨ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ। ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਾਹੀ ਭਗਵੰਤ। ਬੇਸੁਮਾਰ ਅਥਾਹ ਅਗਨਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਉ। ਗਲੇ ਹਮਾਰੇ ਦੇਵਰੀ ਜਹ ਖਿੰਚੈ ਤਹ ਜਾਉ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ। ਹਿਰਦੈ ਰਾਮ ਨ ਚੇਤਹੀ ਇਹ ਜਪਨੀ ਕਿਆ ਹੋਇ। ਕਬੀਰ ਬਿਰਹੋ ਪਯੰਗਮ ਮਨ ਬਸੈ ਮੰਤ ਨ ਮਾਨੈ ਕੋਇ। ਰਾਮ ਬਿਯੋਗੀ ਨਾ ਜੀਐ ਜੀਐ ਤਾ ਬਉਰਾ ਹੋਇ। ਕਬੀਰ ਪਾਰਸ ਚੰਦਨੈ ਤਿਨਹਿ ਏਕ ਸੁਗੰਧ। ਤਿਹ ਮਿਲ ਤੇਊ ਊਤਮ ਭਏ ਲੋਹ ਕਾਠ ਨਿਰਗੰਧ। ਤਿਹ ਮਿਲ ਤੇਊ ਊਤਮ ਭਏ ਲੋਹ ਕਾਠ ਨਿਰਗੰਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ।
ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਅਭਿਆਸ ਨਾਲ ਆਪਣੇ ਜੀਵਨ ਨੂੰ ਗੁਰੂ ਸ਼ਬਦ ਦੀ ਰੌਸ਼ਨੀ ਦੇ ਨਾਲ ਭਰਪੂਰ ਕਰਨ ਦਾ, ਆਪਣੇ ਆਤਮਿਕ ਜੀਵਨ ਦੀ ਸਫਲਤਾ ਨੂੰ ਪ੍ਰਾਪਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਿਵਾਜਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਸਤਿਗੁਰੂ ਕੀ ਹਜ਼ੂਰੀ ਦੇ ਅੰਦਰ ਬੈਠ ਕੇ ਮਾਨਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ। 52 ਅੱਖਰੀ ਅੰਦਰ ਸਤਿਗੁਰੂ ਕੇ ਵਾਕ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਅਗਰ ਮਨੁੱਖ ਦੇ ਕੋਲ ਸਰੀਰਕ ਸੁੰਦਰਤਾ ਬਹੁਤ ਜ਼ਿਆਦਾ ਹੈ, ਉਹਦੇ ਕੋਲੋਂ ਉੱਚੀ ਕੁੱਲ ਦਾ ਖਾਨਦਾਨ ਦਾ ਮਾਣ ਹੈ, ਬੇਅੰਤ ਧਨ ਆਦਿਕ ਦੀ ਸੰਪਦਾ ਹੈ, ਬੌਧਿਕ ਤੌਰ 'ਤੇ ਬੜਾ ਸਿਆਣਾ ਹੈ, ਸਮਾਜਿਕ ਮਾਣ ਪ੍ਰਤਿਸ਼ਠਾ ਬਹੁਤ ਜ਼ਿਆਦਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਅਗਰ ਇੰਨਾ ਕੁਝ ਵੀ ਹੋਵੇ ਪਰ ਜੇ ਹਿਰਦੇ ਵਿੱਚ ਪ੍ਰਭੂ ਪ੍ਰੀਤ ਨਹੀਂ ਹੈ ਜਾਂ ਗੁਰੂ ਚਰਨਾਂ ਦੀ ਭਾਵ ਭਾਵਨੀ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇੰਨੀਆਂ ਸੰਪਦਾਵਾਂ, ਇੰਨੀਆਂ ਪ੍ਰਤਿਭਾਵਾਂ, ਸਮਰੱਥਾਵਾਂ ਹੁੰਦਿਆਂ ਹੋਇਆਂ ਵੀ ਉਹ ਇਨਸਾਨ ਮ੍ਰਿਤਕ ਕਿਹਾ ਜਾਣਾ ਚਾਹੀਦਾ ਹੈ। ਕਿਉਂਕਿ ਇੰਨਾ ਕੁਝ ਮਾਣ ਕੇ ਵੀ, ਇੰਨਾ ਕੁਝ ਪ੍ਰਾਪਤ ਹੋਣ ਤੋਂ ਬਾਅਦ ਵੀ ਉਹਦੇ ਅੰਦਰ ਜੀਵਨ ਸ਼ੁਕਰਾਨਾ, ਉਹਦੇ ਜੀਵਨ ਅੰਦਰ ਪ੍ਰਭੂ ਦਾ ਚਿੰਤਨ ਨਹੀਂ ਪੈਦਾ ਹੋ ਰਿਹਾ। ਇਸ ਕਰਕੇ ਸਤ ਸੰਗਤ ਉਹ ਮੁਕੱਦਸ ਸਥਾਨ ਹੈ ਜਿਹੜਾ ਸਾਡੀ ਕਿਸੇ ਵੀ ਪ੍ਰਤਿਭਾ ਨੂੰ ਧਰਮ ਦੇ ਨਾਲ ਜੋੜ ਕੇ ਅਤੇ ਸਫਲ ਬਣਾ ਦਿੰਦਾ ਹੈ। ਜਦੋਂ ਅਸੀਂ ਧਰਮ ਦੇ ਅਭਿਆਸ ਵਿੱਚ ਆਪਣੀ ਜਿਵੇਂ ਬੁੱਧੀ ਹੈ ਸਾਡੇ ਕੋਲ, ਅਸੀਂ ਉਹਨੂੰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੋੜਦੇ ਹਾਂ ਤਾਂ ਨਿਰਮਲ ਹੋਣਾ ਸ਼ੁਰੂ ਹੋ ਜਾਂਦੀ ਹੈ। ਨੇਤਰਾਂ ਦੁਆਰਾ ਗੁਰੂ ਕਾ ਦਰਸ਼ਨ ਦੇਖਦੇ ਹਾਂ, ਇਹ ਸ਼ੁੱਧ ਹੋਣਾ, ਨਿਰਮਲ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਸਾਡੀ ਪ੍ਰੀਤ ਸਤਿਗੁਰੂ ਦੇ ਚਰਨਾਂ ਦੇ ਨਾਲ ਥਿਰ ਰਹਿ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ, ਬੁੱਧੀ ਅੰਦਰ ਸਜਗ ਰਹਿਣ ਦੀ। ਆਪ ਜੀ ਗੁਰੂ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਸ਼ਲੋਕਾਂ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ, ਗਿਆਨ ਦੀ ਰਾਸ ਸੰਚਿਤ ਕਰ ਰਹੇ ਹੋ, ਅਧਿਆਤਮਿਕ ਜੀਵਨ ਨੂੰ ਜਿਉਣ ਦੀ ਤੀਖਣ ਸੋਝੀ ਪ੍ਰਾਪਤ ਕਰ ਰਹੇ ਹੋ। ਸੋ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜੇ ਮਨੁੱਖ ਆਪਣੇ ਅਧਿਆਤਮਿਕ ਜੀਵਨ ਮਨੋਰਥ ਨੂੰ ਭੁੱਲ ਕੇ ਕੇਵਲ ਦੇਹ ਦੇ ਪੱਧਰ ਦਾ ਹੀ ਜੀਵਨ ਜੀਵੇ ਅਤੇ ਉਸ ਦੇਹ ਦੇ ਨਾਲ ਵੀ ਕੇਵਲ ਵਿਸ਼ਿਆਂ ਵਿਕਾਰਾਂ ਤੱਕ ਸੀਮਤ ਰਹੇ ਤਾਂ ਐਸਾ ਜੀਵਨ ਵਿਅਰਥ ਹੈ। ਇਸੇ ਪ੍ਰਕਾਰ ਜਦ ਭਗਤੀ ਮਾਰਗ ਦੇ ਉੱਪਰ ਕਦਮ ਰੱਖ ਲਈਏ ਤਾਂ ਫਿਰ ਆਪਣਾ ਪੂਰਾ ਸਮਰਪਣ, ਪੂਰਾ ਤਿਆਗ ਅਤੇ ਪੂਰਾ ਯਤਨ ਕਰਕੇ ਉਸ ਭਗਤੀ ਮਾਰਗ ਦੇ ਨਾਲ ਲਿਭਣਾ ਚਾਹੀਦਾ ਹੈ। ਅਤੇ ਇਸੇ ਪ੍ਰਕਾਰ ਜੇ ਜੀਵਨ ਦੇ ਵਿੱਚ ਰੱਬੀ ਗੁਣਾਂ ਦੀ ਮਿਠਾਸ ਪੈਦਾ ਕਰਨੀ ਹੈ ਤਾਂ ਆਪਣੀ ਹਉਮੈ ਵਾਲੀ ਹੋਂਦ ਨੂੰ ਮਿਟਣਾ ਪਏਗਾ। ਜਿਵੇਂ ਗੰਨਾ ਪੀੜਿਆ ਜਾਂਦਾ ਹੈ ਪਰ ਉਹਦਾ ਰਸ ਵੀ ਪੂਰਾ ਬਾਹਰ ਆ ਜਾਂਦਾ ਹੈ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸਰੀਰ ਜਿਹੜਾ ਹੈ ਗਾਗਰ ਦੀ ਨਿਆਈ ਹੈ, ਸਵਾਸਾਂ ਦੀ ਅਮੋਲਕ ਪੂੰਜੀ ਜਾਲੇ ਦੇ 'ਚ ਪਾਇਆ ਹੋਇਆ ਹੈ, ਬੂੰਦ ਬੂੰਦ ਕਰਕੇ ਸੁੱਕ ਰਿਹਾ, ਘਟ ਰਿਹਾ ਹੈ। ਪਰ ਜਿਹੜੇ ਇਸ ਘਟਣ ਦੀ ਤੋਂ ਨਹੀਂ ਜਾਗਣਗੇ ਔਰ ਇਸ ਜਲ ਦਾ ਚੰਗਾ ਪ੍ਰਯੋਗ ਨਹੀਂ ਕਰਨਗੇ, ਉਹ ਜੀਵਨ ਮਨੋਰਥ ਤੋਂ, ਜੀਵਨ ਦੀ ਪਰਮ ਸਫਲਤਾ ਤੋਂ
ਵਿਰਵੇ ਰਹਿ ਜਾਣਗੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਕਰਦਿਆਂ ਨਵਾਜਦੇ ਹਨ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ। ਜਦ ਵੀ ਅਸੀਂ ਸਤਿਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਹਾਂ, ਵਿਸ਼ੇਸ਼ ਕਰਕੇ ਭਗਤ ਬਾਣੀ ਜਾਂ ਸਤਿਗੁਰੂ ਸਾਹਿਬਾਨਾਂ ਦੀ ਬਾਣੀ, ਕੋਈ ਫਰਕ ਕਰਨਾ ਠੀਕ ਨਹੀਂ। ਜਦ ਵੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਜਦੋਂ ਜਿੰਨੇ ਵੀ ਸਾਧਕ ਨੇ, ਚਾਹੇ ਉਹ ਭਗਤ ਬਾਣੀਕਾਰ ਨੇ, ਚਾਹੇ ਸਤਿਗੁਰੂ ਸਾਹਿਬ ਜੀ ਹਨ, ਭੱਟ ਸਾਹਿਬਾਨ ਹਨ, ਜਦੋਂ ਉਹਨਾਂ ਨੇ ਆਪਣੀ ਪ੍ਰੀਤ ਪ੍ਰਗਟਾਉਣੀ ਚਾਹੀ ਅਕਾਲ ਪੁਰਖ ਦੇ ਨਾਲ ਜਾਂ ਆਪਣੇ ਗੁਰਪ੍ਰੀਤਮ ਦੇ ਚਰਨਾਂ ਦੇ ਨਾਲ, ਤਾਂ ਦੁਨੀਆ ਦਾ ਉਹਨਾਂ ਨੇ ਉਹ ਹਰ ਹਵਾਲਾ ਵਰਤਿਆ, ਉਹ ਹਰ ਦ੍ਰਿਸ਼ਟਾਂਤ, ਉਹ ਪ੍ਰਮਾਣ ਵਰਤਿਆ ਜਿਹਦੇ ਨਾਲ ਵਧੇਰੇ ਸਪਸ਼ਟ ਹੋ ਸਕੇ ਕਿ ਮੇਰੀ ਕਿਸੇ ਦੇ ਨਾਲ ਕਿੰਨੀ ਪ੍ਰੀਤ ਹੈ। ਜਿਵੇਂ ਅਸੀਂ ਕਈ ਵਾਰੀ ਕਿਸੇ ਨਾਲ ਆਪਣੀ ਪ੍ਰੀਤ ਦਾ ਪ੍ਰਗਟਾਵਾ ਕਰਨਾ ਹੋਵੇ ਕਿ ਬੜੀ ਜ਼ਿਆਦਾ ਹੈ ਉਹਦੇ ਨਾਲ, ਤਾਂ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੀ ਉਹ ਮੇਰੇ ਵਿੱਚ ਹੀ ਵਸਦਾ ਹੈ, ਮੈਨੂੰ ਤਾਂ ਹਰ ਜਗ੍ਹਾ ਉਹ ਹੀ ਨਜ਼ਰ ਆਉਂਦਾ। ਜਾਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਉਹਦੇ ਬਦਲੇ ਅਗਰ ਮੈਨੂੰ ਜਾਨ ਵੀ ਕੁਰਬਾਨ ਕਰਨੀ ਪਵੇ ਤਾਂ ਮੈਂ ਕਰ ਦਿਆਂਗਾ। ਇਸ ਤਰ੍ਹਾਂ ਦੇ ਵਾਕ ਅਸੀਂ ਕਈ ਵਾਰੀ ਆਖਦੇ ਹਾਂ, ਭਾਵਨਾ ਵਸ ਵੀ ਆਖਦੇ ਹਾਂ ਜਾਂ ਆਪਣੀ ਪ੍ਰੀਤ ਦਾ ਪ੍ਰਗਟਾਵਾ ਕਰਨ ਦੇ ਲਈ ਵੀ ਆਖਦੇ ਹਾਂ। ਇਸੇ ਪ੍ਰਕਾਰ ਉਹ ਭਗਤ ਸਾਹਿਬਾਨ ਜਿਨ੍ਹਾਂ ਨੇ ਆਪਣਾ ਜੀਵਨ ਸਵਾਸ ਸਵਾਸ ਪ੍ਰਭੂ ਦਾ ਚਿੰਤਨ ਕਰਕੇ, ਗਿਆਨ ਦੀ ਵਿਚਾਰ ਕਰਕੇ, ਗਿਆਨ ਦੇ ਸਹਿਤ ਕਰਮ ਦ੍ਰਿੜ੍ਹ ਕਰਕੇ, ਸਤ ਸੰਗਤ ਰੂਪ ਨਾਲ ਅਭਿਆਸ ਕਰਕੇ ਆਪਣੇ ਜੀਵਨ ਨੂੰ ਪ੍ਰਭੂ ਦੇ ਸਮਾਨ ਅਭੇਦ ਕਰ ਲਿਆ, ਉੱਚਾ ਕਰ ਲਿਆ, ਨਿਰਮਲ ਕਰ ਲਿਆ ਹੈ। ਫਿਰ ਉਹਨਾਂ ਨੇ ਜਦੋਂ ਸੰਸਾਰ ਨੇ ਪੁੱਛਿਆ ਕਿ ਤੁਹਾਡਾ ਇੰਨਾ ਜੀਵਨ ਕਿਵੇਂ ਉੱਚਾ ਹੋਇਆ, ਕਿਵੇਂ ਨਿਰਮਲ ਹੋਇਆ, ਤਾਂ ਫਿਰ ਭਗਤ ਸਾਹਿਬਾਨਾਂ ਨੇ ਜਾਂ ਰੱਬੀ ਸਾਧਕਾਂ ਨੇ ਇੱਕ ਗੱਲ ਆਖੀ ਕਿ ਪ੍ਰੀਤ ਦੇ ਵਿੱਚ ਕੁੱਲ ਸਮੁੱਚਾ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਸਮਰਪਣ ਕਰਨ ਦੇਣ ਤੋਂ ਬਾਅਦ ਹੀ ਜਿਹੜਾ ਐਡਾ ਉੱਚਾ ਜੀਵਨ ਪ੍ਰਾਪਤ ਹੁੰਦਾ ਹੈ। ਤਾਂ ਅੱਜ ਦੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰ ਰਹੇ ਹਨ। ਆਖਦੇ ਹਨ, ਕਬੀਰ ਕੂਕਰ ਰਾਮ ਕੋ। ਆਪਣੀ ਹਸਤੀ ਨੂੰ ਕੂਕਰ ਦੇ ਨਾਲ ਪ੍ਰਮਾਣ ਦੇ ਰਹੇ ਹਨ। ਕੂਕਰ ਦਾ ਭਾਵ ਕੁੱਤਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੂਕਰ ਰਾਮ ਕੋ, ਰਾਮ ਦਾ ਕੂਕਰ ਹਾਂ। ਮੁਤੀਆ ਮੇਰੋ ਨਾਉ, ਤੇ ਮੇਰਾ ਨਾਮ ਮੋਤੀ ਆਖਿਆ ਜਾਂਦਾ ਹੈ। ਗਲੇ ਹਮਾਰੇ ਜੇਵਰੀ, ਮੇਰੇ ਗਲੇ ਵਿੱਚ ਰੱਸੀ ਹੈ। ਸੰਗਲ ਹੈ ਜੰਜੀਰ ਮੇਰੇ ਮਾਲਕ ਰਾਮ ਦੀ, ਜਹ ਖਿੰਚੈ ਤਹ ਜਾਓ, ਤੇ ਜਿਸ ਤਰਫ ਮੇਰਾ ਮਾਲਕ ਖਿੱਚਦਾ ਹੈ ਉਸੇ ਤਰਫ ਹੀ ਜਾਨਾ ਹਾਂ। ਮੇਰਾ ਆਪਣਾ ਕੋਈ ਨਿੱਜ ਦਾ ਜੀਵਨ ਜਾਂ ਆਪਣਾ ਨਿੱਜ ਦਾ ਕੋਈ ਤਾਣ ਨਹੀਂ ਹੈ। ਇਸ ਸ਼ਲੋਕ ਦੇ ਭਗਤੀ ਭਾਵ ਦੇ ਨੁਕਤੇ ਤੋਂ ਇਸ ਸ਼ਲੋਕ ਨੂੰ ਸਮਝਣ ਦਾ ਯਤਨ ਕਰੀਏ। ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕੂਕਰ ਵਰਤਿਆ, ਦਾ ਮਤਲਬ ਕੂਕਰ ਸਾਡੇ ਸਾਹਮਣੇ ਪ੍ਰਮਾਣ ਹੈ। ਆਪਣੇ ਆਪ ਨੂੰ, ਆਪਣੇ ਅੰਦਰ ਦੀ ਭਾਵਨਾ ਨੂੰ, ਆਪਣੇ ਸਮਰਪਣ ਨੂੰ ਜਾਂ ਆਪਣੇ ਸਮੁੱਚਾ ਜਿਹੜਾ ਕੁਰਬਾਨ ਕਰ ਦਿੱਤਾ ਹੈ ਗੁਰੂ ਪ੍ਰੀਤ ਤੋਂ, ਉਹਨੂੰ ਸੰਸਾਰ ਨੂੰ ਸਮਝਾਉਣਾ, ਤਾਂ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਕੂਕਰ। ਹੁਣ ਆਪ ਦੀ ਸਾਰੇ ਉੱਤਮ ਬੁੱਧ ਵਾਲੇ ਹੋ, ਕੂਕਰ ਦੇ ਸੁਭਾਅ ਤੋਂ ਜਾਣਦੇ ਹੋ। ਦੁਨੀਆ ਵਿੱਚ ਕੂਕਰ ਅਤੇ ਵਫਾਦਾਰੀ ਕਹਿਣੀ ਹੋਵੇ ਤਾਂ ਕੂਕਰ ਵਰਤ ਲਿਆ ਜਾਂਦਾ ਹੈ, ਅਤੇ ਕੂਕਰ ਦਾ ਮਤਲਬ ਹੈ ਵਫਾਦਾਰੀ। ਇਹ ਸਮਾਨਾਰਥੀ ਸ਼ਬਦ ਨੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੂਕਰ ਰਾਮ ਕੋ। ਔਰ ਦੂਜੀ ਗੱਲ, ਜਦੋਂ ਰਾਮ ਕੋ ਸ਼ਬਦ ਕਿਹਾ ਹੈ, ਇਹਦਾ ਮਤਲਬ ਹੈ ਕਿ ਇਹ ਦੁਨੀਆਦਾਰੀ ਤੋਂ ਪਰੇ ਦੀ ਗੱਲ ਹੈ। ਦੁਨੀਆਦਾਰੀ ਦੇ ਵਿੱਚ ਵੀ ਬੰਦੇ ਇੱਕ ਦੂਜੇ ਪ੍ਰਤੀ ਵਫਾਦਾਰੀ ਜਾਂ ਹੋਰ ਬੜਾ ਕੁਝ ਨਿਭਾਉਂਦੇ ਨੇ, ਪਰ ਉਹਦੇ ਵਿੱਚ ਨਿੱਜੀ ਗਰਜ ਕੰਮ ਕਰ ਰਹੀ ਹੁੰਦੀ ਹੈ। ਔਰ ਉਹ ਜਿਹੜੀ ਵਫਾਦਾਰੀ ਹੁੰਦੀ ਹੈ ਉਹ ਸਮੇਂ ਦੇ ਹਿਸਾਬ ਨਾਲ ਬਦਲਦੀ ਵੀ ਰਹਿੰਦੀ ਹੈ, ਕਿ ਜਿਵੇਂ ਅੱਜ ਇਹਦੇ ਤੋਂ ਸਵਾਰਥ ਪੂਰਾ ਹੋ ਰਿਹਾ ਹੈ, ਇਹਦੇ ਪ੍ਰਤੀ ਵਫਾਦਾਰ ਰਿਹਾ ਜਾਵੇ, ਇਹਦੇ ਨਿਕਟ ਰਿਹਾ ਜਾਵੇ। ਕੱਲ੍ਹ ਸਵਾਰਥ ਕੁਝ ਹੋਰ ਤਰ੍ਹਾਂ ਦਾ ਹੋ ਜਾਏਗਾ ਅਤੇ ਕਿਸੇ ਦੂਜੇ ਦੇ ਦਰ 'ਤੇ ਜਾ ਕੇ ਬੈਠ ਜਾਇਆ ਜਾਏਗਾ। ਇਸ ਕਰਕੇ ਕੂਕਰ ਦਾ ਇੱਕ ਪ੍ਰਮਾਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਉੱਤਮ ਦਿੱਤਾ ਹੈ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ, ਨਿੱਤ ਕੇ ਕੂਕਰ ਉਹ ਨਹੀਂ ਜਿਹੜਾ ਥਾਂ ਭਟਕਦਾ ਫਿਰਦਾ ਹੈ, ਜਿਹੜਾ ਇੱਕ ਦਰ ਦਾ ਹੋ ਕੇ ਉੱਥੇ ਹੀ ਬੈਠ ਗਿਆ ਹੈ। ਭਾਵੇਂ ਉਸ ਮਾਲਕ ਤੋਂ ਉਹਨੂੰ ਛੜਾਂ ਪੈਣ, ਉਸ ਮਾਲਕ ਤੋਂ ਭੋਜਨ ਮਿਲੇ, ਜਾਂ ਇੱਥੋਂ ਤੱਕ ਕਿ ਉਹ ਮਾਲਕ ਆਪਣੇ ਬਰਾਬਰ ਵੀ ਉਹਨੂੰ ਕਿਉਂ ਨਾ ਬਿਠਾ ਲਏ, ਪਰ ਉਹਨੇ ਦੁਆਰ ਨਹੀਂ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਕਹਿ ਕੇ ਸੁਆਨ ਤਜਤ ਨਹੀਂ ਨਿੱਤ, ਕਿ ਇਸ ਤਰ੍ਹਾਂ ਦਾ ਕੂਕਰ। ਅਤੇ ਇਸੇ ਹੀ ਸੁਰ ਵਿੱਚ ਭਗਤ ਕਬੀਰ ਸਾਹਿਬ ਜੀ ਕਹਿ ਰਹੇ, ਕੂਕਰ ਰਾਮ ਕੋ। ਮੈਂ ਦੁਨੀਆਦਾਰੀ ਦਾ ਨਹੀਂ ਕਿ ਆਪਣੇ ਸਵਾਰਥ ਲਈ ਜਾਂ ਆਪਣੇ ਜੀਵਨ ਦੇ ਕਿਸੇ ਆਨੰਦ ਦੀ ਪ੍ਰਾਪਤੀ ਲਈ ਦੁਨੀਆ ਦੀ ਕੂਕਰੀ ਕਰਦਾ ਹਾਂ। ਅਸਲ ਦੇ ਵਿੱਚ ਕੂਕਰ ਰਾਮ ਕੋ। ਕਿਉਂ? ਕਿਉਂਕਿ ਉਹ ਮੇਰਾ ਸਿਰਜਣਹਾਰ ਹੈ, ਉਹ ਮੇਰਾ ਪ੍ਰਤਪਾਲਕ ਹੈ, ਉਹ ਮੇਰਾ ਰੱਖਿਅਕ ਹੈ। ਔਰ ਦੂਜੀ ਗੱਲ, ਜਦੋਂ ਉਹਦੇ ਗੁਣਾਂ ਨੂੰ ਕੱਥਦਿਆਂ ਹੋਇਆਂ ਮੈਨੂੰ ਕੂਕਣਾ ਪਏਗਾ
ਤਾਂ ਉਦੋਂ ਮੈਨੂੰ ਕੋਈ ਲੱਜ ਨਹੀਂ ਆਏਗੀ। ਜਿਵੇਂ ਉਦਾਹਰਨ ਦੇ ਤੌਰ 'ਤੇ ਦੁਨੀਆ ਦੇ ਵਿੱਚ ਅਸੀਂ ਕਿਸੇ ਬੰਦੇ ਦੀ ਜ਼ਿਆਦਾ ਉਪਮਾ ਕਰੀਏ ਤਾਂ ਕਈ ਵਾਰੀ ਸੁਣਨ ਵਾਲਾ, ਸਾਹਮਣੇ ਵਾਲਾ ਅੰਦਾਜ਼ਾ ਲਗਾ ਲੈਂਦਾ ਹੈ ਕਿ ਇਹ ਖੁਸ਼ਾਮਦ ਕਰ ਰਿਹਾ ਜਾਂ ਇਹਨੇ ਆਪਣਾ ਕੋਈ ਹਿੱਤ ਕੱਢਣਾ ਹੈ। ਕਹਿੰਦੇ ਇਸ ਕਰਕੇ ਉਹ ਕੁਝ ਹੋਰ ਅਰਥਾਂ ਦੇ ਵਿੱਚ ਲੈ ਲਈ ਜਾਂਦੀ ਹੈ। ਪਰ ਜਿਹੜਾ ਮਾਲਕ ਦੇ ਪ੍ਰਤੀ ਕੂਕਣਾ ਹੈ, ਰਾਮ ਦੇ ਹੋ ਕੇ ਕੂਕਰ ਬਣ ਕੇ ਕੂਕਣਾ ਹੈ, ਉਹ ਮੇਰੇ ਜੀਵਨ ਦਾ ਸਭ ਤੋਂ ਸੁਚੱਜਾ ਕਰਮ ਹੈ। ਕਿਉਂਕਿ ਕਦੀ ਮੈਂ ਧੰਨਵਾਦ ਰੂਪ ਦੇ ਵਿੱਚ ਕੂਕ ਸਕਦਾ ਹਾਂ, ਕਦੇ ਮੈਂ ਆਪਣੇ ਦੁੱਖ ਦੀ ਵਿਥਿਆ ਸਾਂਝੀ ਕਰਨ ਲਈ ਕੂਕ ਸਕਦਾ ਹਾਂ, ਅਤੇ ਕਦੇ ਮੈਂ ਉਹਦਾ ਜਿਵੇਂ ਉਹਨੇ ਮੈਨੂੰ ਨਵਾਜ਼ਿਸ਼ ਕੀਤੀ ਹੈ ਕਿ ਆਪਣੇ ਦਰ 'ਤੇ ਬਿਠਾਇਆ ਹੈ, ਇਹਦੇ ਲਈ ਵੀ ਕੂਕ ਸਕਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੂਕਰ ਰਾਮ ਕੋ। ਹੁਣ ਅਗਰ ਕੂਕਰ ਸ਼ਬਦ ਵਰਤਿਆ ਹੈ ਤਾਂ ਸੁਭਾਵਿਕ ਹੈ, ਪ੍ਰਥਮ ਗੁਣ ਹੈ ਵਫਾਦਾਰੀ ਦਾ। ਭਾਵ ਕਿ ਜਿਵੇਂ ਆਰੰਭ ਮੰਗਲਾਚਰਨ 'ਚ ਪੜ੍ਹਿਆ, ਜੀਵਨ ਦੇ ਵਿੱਚ ਜਿੰਨਾ ਕੁਝ ਸਾਨੂੰ ਪ੍ਰਾਪਤ ਹੈ, ਅਸੀਂ ਇੱਥੋਂ ਤੱਕ ਸਮਝਦੇ ਹਾਂ ਕਿ ਸਾਡੇ ਮਾਤਾ ਪਿਤਾ ਵੱਲੋਂ ਜਾਂ ਸਮਾਜ ਵੱਲੋਂ ਜਾਂ ਸਾਡੇ ਜਿਹੜੇ ਹੋਰ ਸਮਾਜਿਕ ਪ੍ਰਬੰਧ ਨੇ ਉਹਨਾਂ ਵੱਲੋਂ ਉਪਲਬਧ ਕਰਵਾਇਆ ਗਿਆ। ਪਰ ਮਨੁੱਖ ਜੇ ਆਦਿ ਨੇਮ ਦੇ ਸਹਿਤ ਸੋਚੇ ਤਾਂ ਦੇਖੇ ਕਿ ਇਹ ਸ੍ਰਿਸ਼ਟ ਆਦਿ ਤੋਂ ਵਿਆਪਕ ਹੈ। ਇਹਦੇ ਵਿੱਚੋਂ ਅਨਾਜ, ਹੋਰ ਜਿਹੜੀਆਂ ਮੇਰੇ ਜੀਵਨ ਦੀਆਂ ਸੁੱਖ ਸਹੂਲਤਾਂ, ਜਿਹੜੇ ਜੀਵਨ ਦੇ ਸਾਰੇ ਪਸਾਰ ਕਿਰਿਆਵਾਂ ਪੂਰੀਆਂ ਹੋ ਰਹੀਆਂ ਨੇ, ਅਸਲ ਵਿੱਚ ਉਹਨਾਂ ਦਾ ਬਖਸ਼ਣਹਾਰ ਇੱਕ ਦਾਤਾਰ ਅਕਾਲ ਪੁਰਖ ਹੈ। ਅਤੇ ਉਸ ਨੂੰ ਜਦੋਂ ਚਿਤਵਣਾ ਹੈ, ਫਿਰ ਉਹਦੀਆਂ ਦਾਤਾਂ ਦਾ ਜਦੋਂ ਸ਼ੁਕਰਾਨਾ ਬਣਦਾ ਹੈ ਤਾਂ ਉਦੋਂ ਜਦੋਂ ਉਸ ਸ਼ੁਕਰਾਨੇ ਦੇ ਵਿੱਚ ਅਸੀਂ ਬੰਦਗੀ ਦਾ ਕਰਮ ਅਪਣਾਉਂਦੇ ਹਾਂ, ਬਾਣੀ ਦੁਆਰਾ ਜਾਂ ਵੈਸੇ ਅਰਦਾਸ ਦੁਆਰਾ ਧੰਨਵਾਦ ਦੀ ਭਾਵਨਾ ਪ੍ਰਗਟ ਕਰਦੇ ਹਾਂ, ਤਾਂ ਇਹਦਾ ਭਾਵ ਇਹ ਹੈ ਕਿ ਅਸੀਂ ਕੂਕਰ ਦੀ ਨਿਆਈ, ਜਿਸ ਮਾਲਕ ਦਾ ਰਿਜ਼ਕ ਦਿੱਤਾ ਖਾ ਰਹੇ ਹਾਂ, ਉਹਦੇ ਪ੍ਰਤੀ ਉਹਦੇ ਗੁਣ, ਉਹਦਾ ਸ਼ੁਕਰਾਨਾ ਕਰਕੇ ਕਰਤੱਗਯਤਾ ਪ੍ਰਗਟ ਕਰ ਰਹੇ ਹਾਂ। ਕਿ ਜਿਵੇਂ ਮਾਲਕ ਦੇ ਦਰ ਤੋਂ ਰੋਟੀ ਖਾ ਕੇ ਕੂਕਰ ਫਿਰ ਸਾਰੀ ਰਾਤ ਜਾ ਕੇ ਉਸ ਮਾਲਕ ਦੇ ਘਰ ਦੀ ਰਾਖੀ ਕਰਦਾ ਹੈ, ਇਸੇ ਪ੍ਰਕਾਰ ਅਸੀਂ ਜੋ ਉਹਦੀਆਂ ਦਾਤਾਂ ਮਾਣ ਰਹੇ ਹਾਂ, ਉਹਦਾ ਧੰਨਵਾਦ, ਉਹਦਾ ਚਿੰਤਨ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਅਸੀਂ ਕੂਕਰ ਦੇ ਵਾਂਗ ਆਪਣੇ ਉਸ ਮਾਲਕ ਦੇ ਨਾਲ ਵਫਾਦਾਰੀ ਨਿਭਾਉਣੀ ਹੈ। ਦੂਜਾ ਗੁਣ ਕੂਕਰ ਦਾ ਗੁਣ ਇਹ ਹੈ ਕਿ ਉਹ ਕਦੀ ਵੀ ਹਮੇਸ਼ਾ ਦੁਆਰ 'ਤੇ ਬੈਠੇਗਾ, ਔਰ ਜਿਸ ਦੁਆਰ 'ਤੇ ਇੱਕ ਵਾਰੀ ਬੈਠ ਗਿਆ ਮੁੜ ਕੇ ਉਹ ਛੱਡਦਾ ਨਹੀਂ ਹੈ। ਕਈ ਵਾਰੀ ਮਾਲਕ ਦੇ ਧੱਕੇ ਵੱਜਣ ਦੇ ਬਾਵਜੂਦ ਵੀ ਨਹੀਂ ਛੱਡਦਾ। ਇਸੇ ਪ੍ਰਕਾਰ ਇੱਕ ਅਕਾਲ ਪੁਰਖ 'ਤੇ ਇੰਨਾ ਅਟੱਲ ਭਰੋਸਾ ਹੋਣਾ, ਜੇ ਕਦੇ ਜੀਵਨ ਦੇ ਵਿੱਚ ਦੁੱਖ ਕਰਕੇ ਜਾਂ ਕੁਝ ਵਿਪਰੀਤ ਹਾਲਾਤਾਂ ਕਰਕੇ ਲੱਗੇ ਕਿ ਮੈਨੂੰ ਉਸ ਮਾਲਕ ਨੇ ਵਿਸਾਰ ਦਿੱਤਾ ਹੈ, ਤਾਂ ਵੀ ਉਹਦਾ ਸ਼ੁਕਰਾਨਾ ਜਾਂ ਉਹਦਾ ਦਰ ਨਾ ਛੱਡਿਆ ਜਾਣਾ, ਇਹ ਕੂਕਰ ਵਾਲਾ ਸੁਭਾਅ ਇਹ ਹੈ। ਕੂਕਰ ਨੂੰ ਛੱਡ ਪੈ ਗਈ, ਉਹਨੇ ਮਾਲਕ ਦੀ ਇਸ ਗੱਲ ਨੂੰ ਨਹੀਂ ਧਰਿਆ। ਜਦੋਂ ਮਾਲਕ ਨੇ ਦਰਵਾਜ਼ਾ ਬੰਦ ਕਰ ਲਿਆ, ਸੌਂ ਗਿਆ, ਦੁਬਾਰਾ ਫਿਰ ਉੱਥੇ ਆ ਕੇ ਉਹਦੇ ਦੁਆਰ 'ਤੇ ਬੈਠ ਗਿਆ। ਇਸੇ ਪ੍ਰਕਾਰ ਜੇ ਸਾਨੂੰ ਲੱਗੇ ਕਿ ਜੀਵਨ ਦੇ ਵਿੱਚ ਬੜੇ ਕਸ਼ਟ ਨੇ ਜਾਂ ਬੜੇ ਜ਼ਿਆਦਾ ਸੰਕਟਕਾਲੀਨ ਵਿਘਨ ਵਾਲੇ ਹਾਲਾਤ ਬਣ ਰਹੇ ਨੇ ਅਤੇ ਸਾਨੂੰ ਲੱਗ ਰਿਹਾ ਕਿ ਮਾਲਕ ਸਾਨੂੰ ਦੂਰ ਕਰ ਰਿਹਾ ਜਾਂ ਵਿਛੋੜ ਰਿਹਾ, ਤਾਂ ਉਸ ਸਮੇਂ ਵੀ ਦੁੱਖਾਂ ਕਰਕੇ ਜਾਂ ਵਿਪਰੀਤ ਹਾਲਾਤਾਂ ਕਰਕੇ ਆਪਣੇ ਮਾਲਕ ਦੇ ਵਫਾਦਾਰੀ ਭਾਵ ਨੂੰ, ਉਹਦੀ ਕਰਤੱਗਯਤਾ ਨੂੰ ਨਾ ਵਿਸਾਰਨਾ, ਇਹ ਵੀ ਇੱਕ ਕੂਕਰ ਦਾ ਸੁਭਾਅ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕੂਕਰ ਰਾਮ ਕੋ। ਕੂਕਰ ਦਾ ਇੱਕ ਹੋਰ ਵੀ ਸੁਭਾਅ ਇਹ ਹੈ ਕਿ ਉਹ ਆਪਣੇ ਮਾਲਕ ਦੇ ਬਦਲੇ ਜਿਹੜਾ ਹੈ ਤਿਆਗ ਕਰਨ ਦੀ ਭਾਵਨਾ ਰੱਖਦਾ ਹੈ ਕਿ ਮਾਲਕ ਦਾ ਆਰਾਮ ਹੈ ਅਤੇ ਉਹਦਾ ਜਾਗਣਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁਤੀਆ ਮੇਰੋ ਨਾਮ। ਹੁਣ ਉਂਝ ਕੂਕਰ ਹੈ ਪਰ ਮੇਰਾ ਨਾਮ ਵਫਾਦਾਰ ਰਹਿਣ ਕਰਕੇ ਲੋਕ ਮੋਤੀ ਆਖਦੇ ਹਨ। ਜਿਵੇਂ ਆਮ ਅੱਜ ਕੱਲ੍ਹ ਵੀ ਕੂਕਰਾਂ ਦੇ ਨਾਮ ਹਰ ਕਿਸੇ ਨੇ ਆਪੋ ਆਪਣੇ ਅਨੁਸਾਰ ਰੱਖੇ ਹੁੰਦੇ। ਤਾਂ ਭਗਤ ਕਬੀਰ ਸਾਹਿਬ ਜੀ ਅੱਗੇ ਬਹੁਤ ਕਮਾਲ ਦੀ ਗੱਲ ਆਖਦੇ ਨੇ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਅਸੀਂ ਦੁਨੀਆ ਦੇ ਵਿੱਚ ਜਾਂ ਆਲੇ ਦੁਆਲੇ ਗਲੀਆਂ ਮੁਹੱਲਿਆਂ ਦੇ ਵਿੱਚ ਦੋ ਤਰ੍ਹਾਂ ਦੇ ਕੂਕਰ ਦੇਖਦੇ ਹਾਂ। ਇੱਕ ਹੈ ਅਵਾਰਾ, ਜਿਹਨੂੰ ਕੋਈ ਸਹੂਲਤ ਨਹੀਂ ਪ੍ਰਾਪਤ ਅਤੇ ਉਹਦੀ ਕੋਈ ਮਹੱਤਤਾ ਵੀ ਨਹੀਂ ਗਿਣੀ ਜਾਂਦੀ। ਇੱਕ ਹੈ ਪਾਲਤੂ, ਜਿਹੜਾ ਘਰ ਦੇ ਵਿੱਚ ਹੈ, ਯਕੀਨਨ ਉਹਨੂੰ ਪਿੰਜਰੇ ਵਿੱਚ ਰੱਖਿਆ ਹੋਇਆ ਜਾਂ ਉਹਦੇ ਗਲੇ ਵਿੱਚ ਰੱਸੀ ਹੈ, ਪਰ ਗਲੇ ਵਿੱਚ ਰੱਸੀ ਹੋਣ ਦੇ ਨਾਲ ਹੀ ਪਤਾ ਲੱਗ ਜਾਂਦਾ ਇਹ ਪਾਲਤੂ ਹੈ, ਅਵਾਰਾ ਨਹੀਂ ਹੈ। ਅਤੇ ਜੇ ਉਹ ਕਿਤੇ ਪਾਲਤੂ ਖੁੱਲ੍ਹ ਕੇ ਬਾਹਰ ਭੱਜ ਵੀ ਆਵੇ ਕਿਸੇ ਢੰਗ ਨਾਲ, ਤਾਂ ਵੀ ਲੋਕ ਕਹਿ ਦਿੰਦੇ ਨੇ ਇਹ ਕਿਸੇ ਦਾ ਪਾਲਤੂ ਹੋਏਗਾ, ਅੱਜ ਪਿੰਜਰੇ 'ਚੋਂ ਨਿਕਲ ਆਇਆ। ਹੁਣ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਲੇ ਹਮਾਰੇ ਜੇਵਰੀ, ਸਾਡੇ ਗਲੇ ਦੇ ਵਿੱਚ ਉਹਨੇ ਹੁਕਮ ਰੂਪ ਜੇਵਰੀ ਪਾਈ ਹੈ। ਜਹ ਖਿੰਚੈ ਤਹ ਜਾਓ, ਜਿਸ ਤਰਫ ਖਿੱਚਦਾ ਹੈ ਉਸ ਤਰਫ ਜਾਂਦੇ ਹਾਂ। ਭਾਵ ਕਿ ਹੁਕਮ ਰੂਪ ਦਾ ਭਾਵ ਕਿ ਉਹਨੇ ਸਾਨੂੰ ਜੀਵਨ ਦਾ ਜਿਤਨਾ ਤਾਣ ਬਖਸ਼ਿਸ਼ ਕੀਤਾ ਹੈ, ਅਸੀਂ ਉਹਨੂੰ ਮਾਣ ਵੀ ਰਹੇ ਹਾਂ,
ਪਰ ਹੁਕਮ ਰੂਪ ਕਰਕੇ ਜਿਵੇਂ ਸਾਨੂੰ ਚਲਾਉਂਦਾ ਹੈ ਉਵੇਂ ਚੱਲਦੇ ਵੀ। ਇਸ ਗੱਲ ਦਾ ਭਾਵ ਹੈ ਕਿ ਗਲੇ ਹਮਾਰੇ ਜੇਵਰੀ, ਕਿ ਤਾਣ ਹੁੰਦਿਆਂ ਹੋਇਆਂ ਵੀ, ਸਾਰਾ ਕੁਝ ਸਮਰੱਥਾ ਹੁੰਦਿਆਂ ਹੋਇਆਂ ਵੀ ਆਪਣੇ ਤਾਣ ਨੂੰ ਇਸ ਰੂਪ ਦੇ ਵਿੱਚ ਜਾਣਨਾ ਕਿ ਮੈਂ ਉਸ ਦੇ ਅਧੀਨ ਹਾਂ ਜਾਂ ਉਸ ਦੇ ਅਧੀਨ ਰਹਿਣਾ ਹੀ ਮੇਰੀ ਸਫਲਤਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹ ਖਿੰਚੈ ਤਹ ਜਾਓ। ਕਹਿੰਦੇ ਇਸੇ ਪ੍ਰਕਾਰ ਜਿਵੇਂ ਇੱਕ ਪਾਲਤੂ ਨੂੰ ਜਾਂ ਜਿਸ ਕੂਕਰ ਦੇ ਗਲ ਵਿੱਚ ਰੱਸੀ ਹੈ ਉਹਨੂੰ ਪਾਲਤੂ ਕਹਿ ਕੇ ਸਤਿਕਾਰ ਮਿਲਦਾ ਜਾਂ ਉਹਦੇ ਜੀਵਨ ਦੀ ਥੋੜ੍ਹੀ ਫਿਕਰ ਕੀਤੀ ਜਾਂਦੀ ਹੈ, ਇਸੇ ਪ੍ਰਕਾਰ ਮੈਂ ਆਪਣੇ ਗਲੇ ਵਿੱਚ ਉਸ ਪਰਮੇਸ਼ਰ ਦੇ ਹੁਕਮ ਰੂਪ ਦੀ ਰੱਸੀ ਨੂੰ ਸਮਝ ਕੇ ਅਤੇ ਉਹਦੀ ਸਿਫਤ ਸਲਾਹ ਨੂੰ ਅਪਣਾਇਆ ਹੋਇਆ ਹੈ। ਅਤੇ ਜਿਵੇਂ ਵਿਪਤਾ ਆਉਣ 'ਤੇ ਭਾਵ ਕਿ ਕੂਕਰ ਕੂਕ ਉੱਠਦਾ ਹੈ, ਇਸੇ ਪ੍ਰਕਾਰ ਜਦੋਂ ਮਾਇਆ ਦਾ ਪ੍ਰਭਾਵ ਆਉਂਦਾ ਹੈ ਅਤੇ ਉਦਾਹਰਨ ਦੇ ਤੌਰ 'ਤੇ ਤਾਂ ਫਿਰ ਮੈਂ ਕੂਕਦਾ ਹਾਂ। ਤਾਂ ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦੇ ਨਾ, ਹਮ ਕੂਕਰ ਤੇਰੇ ਦਰਬਾਰ ਭਾਉ ਕਹਿ ਆਗੇ ਬਦਨ ਪਸਾਰ। ਗੱਲ ਕੂਕਰ ਦੀ ਹੋ ਰਹੀ ਹੈ ਪਰ ਅੰਤਰੀਵ ਭਾਵ ਇਹਦਾ ਇਹ ਹੈ ਕਿ ਸਾਡੀ ਅਕਾਲ ਪੁਰਖ ਪ੍ਰਤੀ ਜਿਹੜੀ ਵਫਾਦਾਰੀ ਹੈ ਜਾਂ ਉਹਦਾ ਜਿਹੜਾ ਸਾਰਾ ਕੁਝ ਮਾਣਦਿਆਂ ਹੋਇਆ ਸ਼ੁਕਰਾਨਾ ਰੂਪ ਹੈ ਉਹ ਪ੍ਰਗਟ ਹੋਣਾ ਚਾਹੀਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਲੇ ਹਮਾਰੇ ਜੇਵਰੀ, ਕਿ ਭਾਵ ਮੈਂ ਆਪਣੀ ਕਿਸੇ ਮਰਜ਼ੀ ਅਨੁਸਾਰ ਨਹੀਂ ਚੱਲਦਾ, ਮਾਲਕ ਨੇ ਜਿਵੇਂ ਚਲਾਉਣਾ ਹੈ ਉਵੇਂ ਚੱਲ ਰਿਹਾ ਹਾਂ। ਤਾਂ ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹ ਖਿੰਚੈ ਤਹ ਜਾਓ। ਪਹਿਲੇ ਰੂਪ ਦੇ ਵਿੱਚ ਰੱਸੀ ਇਹ ਹੈ ਕਿ ਉਹ ਜਨਮ ਦੇ ਕੇ ਭੇਜਦਾ ਹੈ ਤਾਂ ਮੈਂ ਜਨਮ ਦੇ ਕੇ ਸੰਸਾਰ ਵਿੱਚ ਲੈ ਕੇ ਆ ਜਾਂਦਾ। ਉਹ ਕਾਲ ਰੂਪ ਕਰਕੇ ਦੇਹ ਵਿਨਾਸ਼ ਕਰਕੇ ਇੱਥੋਂ ਲਿਜਾਂਦਾ ਹੈ, ਮੈਂ ਚਲਿਆ ਜਾਂਦਾ ਹਾਂ। ਜੇ ਉਹ ਮੈਨੂੰ ਵਿਸਾਰ ਦਿੰਦਾ ਹੈ ਭਾਵ ਕਿ ਮੇਰੇ ਤਰਫ ਨਹੀਂ ਵੀ ਧਿਆਨ ਕਰਦਾ ਤਾਂ ਮੈਂ ਤਾਂ ਵੀ ਉਹਦੇ ਦੁਆਰ 'ਤੇ ਬੈਠਾ ਰਹਿਣਾ। ਭਾਵ ਕਿ ਜੇ ਬੰਦਗੀ ਕਰਦਿਆਂ ਮੈਨੂੰ ਐਸਾ ਅਨੁਭਵ ਹੋਵੇ ਕਿ ਅਜੇ ਮੇਰੇ ਉੱਪਰ ਮਾਲਕ ਪ੍ਰਸੰਨ ਨਹੀਂ ਹੈ ਅਤੇ ਤਾਂ ਵੀ ਮੈਂ ਬੰਦਗੀ ਦਾ ਕਰਮ ਨਹੀਂ ਛੱਡਦਾ। ਇਸ ਤੋਂ ਇਲਾਵਾ ਮਾਲਕ ਦੀ ਪ੍ਰਸੰਨਤਾ ਕਰਨ ਦੇ ਲਈ, ਉਹ ਪ੍ਰਾਪਤ ਕਰਨ ਦੇ ਲਈ ਉਹਦੇ ਦੁਆਰ 'ਤੇ ਬੈਠਾ ਰਹਿੰਦਾ ਹਾਂ ਅਤੇ ਰਾਖੀ ਵਾਲਾ ਭਾਵ ਰੱਖਦਾ ਹਾਂ। ਅਤੇ ਰਾਖੀ ਕਰਦਿਆਂ ਜੇ ਜਾਨ ਵਾਰਨ ਦਾ ਜੋਖਮ ਵੀ ਉਠਾਉਣਾ ਪਵੇ ਤਾਂ ਵੀ ਪ੍ਰਾਪਤ ਲੈ ਲੈਂਦਾ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਇਸ ਪ੍ਰਕਾਰ ਮੇਰੇ ਗਲੇ ਦੇ ਵਿੱਚ ਜੇਵਰੀ ਹੈ, ਰੱਸੀ ਹੈ, ਔਰ ਇਹ ਰੱਸੀ ਮੇਰਾ ਮਾਣ ਹੈ। ਇੱਕ ਨੁਕਤੇ ਤੋਂ ਤਾਂ ਇਹ ਕਿਹਾ ਜਾ ਸਕਦਾ ਕਿ ਗਲੇ ਵਿੱਚ ਰੱਸੀ ਹੈ ਤਾਂ ਇਹ ਥੋੜ੍ਹੀ ਗੁਲਾਮੀ ਜਾਂ ਕੈਦ ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਕਹੇ ਜਾ ਸਕਦੇ ਨੇ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੀ ਮੇਰਾ ਮਾਣ ਹੈ ਕਿ ਮੈਂ ਗਲੇ ਵਿੱਚ ਰੱਸੀ ਹੋਣ ਦਾ ਮਤਲਬ ਮੈਂ ਇੱਕ ਦਰਦਾ ਹਾਂ ਜਾਂ ਮੈਂ ਕਿਸੇ ਖਾਸ ਦਰਦਾ ਹਾਂ ਜਿਹਦੇ ਗਲੇ ਵਿੱਚ ਰੱਸੀ ਨਹੀਂ ਹੈ। ਔਰ ਦੂਜੀ ਗੱਲ ਅਵਾਰਾ, ਜੇ ਅਵਾਰਾ ਹੋਵੇ ਤਾਂ ਜਿਹੜਾ ਤਾਂ ਪਾਲਤੂ ਹੈ ਉਹਨੂੰ ਤਾਂ ਇਹ ਆਸ ਹੁੰਦੀ ਹੈ ਕਿ ਇੱਕ ਦਰ 'ਤੇ ਰੱਖਿਆ ਤਾਂ ਇੱਕ ਦਰ ਤੋਂ ਹੀ ਸਾਰਾ ਕੁਝ ਮਿਲ ਜਾਣਾ ਹੈ। ਅਤੇ ਇਸੇ ਪ੍ਰਕਾਰ ਜਿਹੜਾ ਹੈ ਹੀ ਅਵਾਰਾ ਉਹ ਭਾਵੇਂ ਕਿੰਨਿਆਂ ਵੀ ਦੁਆਰਾਂ 'ਤੇ ਬੈਠਾ ਰਵੇ ਉਹਨੂੰ ਕੋਈ ਆਪਣਾ ਨਹੀਂ ਗਿਣਦਾ, ਉਹਨੂੰ ਪਤਾ ਇਹ ਅਵਾਰਾ ਕਿਉਂਕਿ ਇਹਦੇ ਗਲ ਵਿੱਚ ਰੱਸੀ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਗਲੇ ਹਮਾਰੇ ਜੇਵਰੀ, ਧੰਨਵਾਦ ਰੂਪ ਹੁਕਮ ਰੂਪ ਦੇ ਵਿੱਚ ਚੱਲਣਾ ਅਤੇ ਜੀਵਨ ਦੇ ਸਮੁੱਚੇ ਤਾਣ ਨੂੰ ਆਪਣੇ ਪ੍ਰਭੂ ਦੀ ਰਜ਼ਾ ਅਨੁਸਾਰ ਨਿਭਾਉਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਗਲੇ ਦੇ ਵਿੱਚ ਜੇਵਰੀ ਹੈ। ਜਹ ਖਿੰਚੈ ਤਾ ਜਾਹੋ, ਜਿਸ ਤਰਫ ਖਿੱਚਦਾ ਮਾਲਕ ਉਸੇ ਤਰਫ ਜਾਂਦੇ ਆ। ਬਾਬਾ ਬੁੱਲੇ ਸ਼ਾਹ ਦੀ ਕਾਫੀ ਪੜ੍ਹਦੇ ਉਹਦੇ ਵਿੱਚ ਨਾ ਬੜੀ ਕਮਾਲ ਦੀ ਕਾਫੀ ਆਉਂਦੀ। ਉਹਨੇ ਕੂਕਰਾਂ ਸੰਬੰਧੀ ਕਿਹਾ ਕਿ ਸਾਰੀ ਰਾਤ ਮਤਲਬ ਮਾਲਕ ਦੇ ਦਰ ਦੀ ਰਾਖੀ ਕਰਦੇ ਨੇ, ਛੜਾਂ ਵੀ ਪੈਂਦੀਆਂ ਨੇ, ਧੱਕੇ ਵੀ ਪੈਂਦੇ ਨੇ, ਪਰ ਫਿਰ ਵੀ ਉਹਦਾ ਮਾਲਕ ਨਹੀਂ ਛੱਡਦੇ। ਇਸ ਕਰਕੇ ਬੰਦਿਆ ਜੇ ਇੰਨਾ ਕੁਝ ਅਕਾਲ ਪੁਰਖ ਦਾ ਪ੍ਰਾਪਤ ਹੁੰਦਿਆਂ ਤੂੰ ਉਹਦਾ ਜ਼ਿਕਰ ਛੱਡ ਦਿੰਦਾ ਹੈ ਤਾਂ ਤੇਰੇ ਨੂੰ ਤਾਂ ਫਿਰ ਕੂਕਰ ਚੰਗੇ ਨੇ ਕਿ ਜਿਹੜੇ ਜੀਵਨ ਦੀ ਬਾਜੀ ਜਿੱਤ ਜਾਂਦੇ ਹਨ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹ ਖਿੰਚੈ ਤਹ ਜਾਓ। ਭਾਵ ਕਿ ਇਸ ਸਲੋਕ ਵਿੱਚ ਕੂਕਰ ਦੇ ਪ੍ਰਮਾਣ ਨਾਲ ਭਗਤ ਕਬੀਰ ਸਾਹਿਬ ਜੀ ਸਾਨੂੰ ਭਗਤੀ ਮਾਰਗ ਦਾ ਸਮਰਪਣ ਅਤੇ ਅਕਾਲ ਪੁਰਖ ਪ੍ਰਤੀ ਆਪਣੀ ਜਿਹੜੀ ਕੁਰਬਾਨ ਭਾਵਨਾ, ਸਮਰਪਣ ਭਾਵਨਾ ਪ੍ਰਗਟ ਕਰਦਿਆਂ ਹੋਇਆਂ ਸਮਝਾਉਂਦੇ ਹਨ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਏ। ਹੁਣ ਅਗਲੇ ਸਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਕਈ ਵਾਰੀ ਮਨੁੱਖ ਧਰਮ ਦਾ ਅਭਿਆਸ ਕਰਨਾ ਚਾਹੁੰਦੇ ਨੇ ਔਰ ਧਰਮ ਦੇ ਪ੍ਰਚਲਿਤ ਸਾਧਨਾਂ ਦਾ ਸਹਾਰਾ ਲੈਂਦੇ ਨੇ, ਉਹਨਾਂ ਨੂੰ ਅਪਣਾਉਂਦੇ ਨੇ, ਪਰ ਕੀ ਹੁੰਦਾ ਹੈ ਕਿ ਜਦੋਂ ਅਪਣਾਇਆ ਜਾਂਦਾ ਉਦੋਂ ਤੱਕ ਤਾਂ ਕਾਰਜ ਠੀਕ ਹੁੰਦਾ ਹੈ, ਪਰ ਜਦੋਂ ਉਸ ਸਾਧਨਾ ਦੇ ਜਾਂ ਉਸ ਅਭਿਆਸ ਦੇ ਵਿੱਚ ਜਿਹੜਾ ਕਰਮ ਪ੍ਰਣਾਇਆ ਹੁੰਦਾ ਪ੍ਰਚਲਿਤ ਤੌਰ 'ਤੇ ਉਹਦੇ ਵਿੱਚ ਭਰਮ ਜਾਂਦੇ ਹਨ ਅਤੇ ਉਹਦੇ ਉਚੇਰੇ ਮਨੋਰਥ ਤੋਂ ਖਾਲੀ ਰਹਿ ਜਾਂਦੇ ਹਨ। ਜਿਵੇਂ ਤੀਰਥ ਦੇ ਸੰਬੰਧ ਦੇ ਵਿੱਚ ਹੈ ਕਿ ਧਰਮ ਨੇ ਤੀਰਥ ਦੀ ਜਿਹੜਾ ਸਾਨੂੰ ਕਨਸੈਪਸ਼ਨ ਦਿੱਤੀ ਉਹ ਬੜੀ ਚੰਗੀ ਹੈ
ਕਿ ਜਿਵੇਂ ਤੈਨੂੰ ਇਸ਼ਨਾਨ ਕਰਨਾ ਸਰੋਵਰ ਦੇ ਵਿੱਚ ਹੈ, ਨਦੀ ਦੇ ਵਿੱਚ ਹੈ, ਇਸੇ ਪ੍ਰਕਾਰ ਤੇਰੇ ਅੰਤਰ ਤੀਰਥ ਦੇ ਵਿੱਚ ਵੀ ਇੱਕ ਅੰਤਰਮ ਜੀਵਨ ਦੇ ਵਿੱਚ ਵੀ ਇੱਕ ਤੀਰਥ ਹੈ, ਉੱਥੇ ਇਸ਼ਨਾਨ ਕਰਨਾ। ਅਤੇ ਇਸੇ ਪ੍ਰਕਾਰ ਧਰਮ ਦੀ ਸਾਧਨਾ ਦੇ ਵਿੱਚ ਮਨੁੱਖ ਇੱਕ ਪ੍ਰਚਲਿਤ ਜਿਹੜਾ ਤਰੀਕਾ ਵਿਆਪਕ ਹੈ ਕਿ ਮਾਲਾ ਲੈ ਕੇ ਉਹਦਾ ਅਭਿਆਸ ਕਰਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਚੰਗੀ ਗੱਲ ਸੀ। ਹੁਣ ਦੇਖੋ ਕਈ ਵਾਰੀ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਕੁਝ ਚੀਜ਼ਾਂ ਦਾ ਅਸੀਂ ਨਿਸ਼ੇਧ ਕਰ ਜਾਂਦੇ ਹਾਂ ਜਾਂ ਉਹਨਾਂ ਨੂੰ ਬਹੁਤ ਹਲਕੇ ਢੰਗ ਨਾਲ ਰੱਦ ਕਰ ਜਾਂਦੇ ਹਾਂ। ਸਾਨੂੰ ਸਮਝਣਾ ਚਾਹੀਦਾ ਕਿ ਹਰ ਇੱਕ ਗੱਲ ਦੀ ਭਾਵੇਂ ਥੋੜ੍ਹੀ ਹੀ ਹੋਵੇ ਉਹਦੀ ਮਹੱਤਵ ਜ਼ਰੂਰ ਹੁੰਦਾ, ਔਰ ਗੁਰਬਾਣੀ ਨੇ ਉਹ ਸਾਰੇ ਮਹੱਤਵ ਨੂੰ ਸਵੀਕਾਰ ਵੀ ਕੀਤਾ ਹੈ। ਅਤੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਪਨੀ ਕਾਠ ਕੀ, ਜਿਵੇਂ ਆਮ ਕਰਕੇ ਮਾਲਾ ਕਰਕੇ ਮਨੁੱਖ ਰੱਬੀ ਬੰਦਗੀ ਦਾ ਅਭਿਆਸ ਕਰਨਾ ਸ਼ੁਰੂ ਕਰਦੇ ਸਨ, ਤਾਂ ਉਹ ਇਸ ਕਰਕੇ ਹੁੰਦਾ ਸੀ ਕਿ ਪਹਿਲਾਂ ਇਹ ਗਿਣਤੀ ਦੇ ਵਿੱਚ ਇੱਕ ਨੇਮ ਵਿੱਚ ਪੈ ਜਾਏ, ਕਿ ਮਤਲਬ ਜਿਵੇਂ ਜਿੰਨੇ ਉਹਦੇ ਮਣ ਕੇ ਕਥੇ ਜਾਂਦੇ ਨੇ ਕਿ ਇੰਨੀ ਵਾਰੀ ਕਿਸੇ ਸ਼ਬਦ ਦਾ ਕਿਸੇ ਮੰਤਰ ਦਾ ਅਭਿਆਸ ਕਰੇ ਜਾਂ ਅਕਾਲ ਪੁਰਖ ਦਾ ਜ਼ਿਕਰ ਕਰੇ, ਗਿਣਤੀ ਦੇ ਵਿੱਚ ਸ਼ੁਰੂ ਕਰੇ। ਜਦੋਂ ਗਿਣਤੀ ਵਿੱਚ ਕਰਦਿਆਂ ਕਰਦਿਆਂ ਇਹ ਚੀਜ਼ ਇਹਦੇ ਅੰਦਰ ਉਤਰ ਗਈ, ਫਿਰ ਇਹਨੇ ਗਿਣਤੀ ਤੋਂ ਪਰਾਂ ਹੋ ਜਾਣਾ ਹੈ, ਤਾਂ ਇਹਦਾ ਨੇਮ ਪ੍ਰੇਮ ਦੇ ਵਿੱਚ ਬਦਲ ਜਾਣਾ ਹੈ, ਤਾਂ ਇਹ ਸਾਧਨ ਇਹਦੇ ਲਈ ਸਾਜ਼ਗਾਰ ਹੋ ਜਾਣਾ। ਫਿਰ ਇਹਨੇ ਆਪੇ ਆਰਾਮ ਦੇ ਨਾਲ ਛੱਡ ਦੇਣਾ ਜਾਂ ਇਹਨੂੰ ਪਕੜਦਿਆਂ ਹੋਇਆਂ ਪਖੰਡ ਨਹੀਂ ਕਰਨਾ। ਐਸਾ ਪ੍ਰਯੋਗ ਸੀ। ਪਰ ਕੀ ਹੋਇਆ ਕਿ ਜਿਹੜੇ ਧਰਮ ਦੀ ਸਾਧਨਾ ਵਿੱਚ ਪੈਣ ਵਾਲੇ ਕੁਝ ਥੋੜਾ ਘੱਟ ਮੱਤ ਵਾਲੇ ਲੋਕ ਨੇ, ਉਹ ਚੀਜ਼ ਦੇ ਪਹਿਲੇ ਪੜਾਅ 'ਤੇ ਹੀ ਅਟਕ ਜਾਂਦੇ ਨੇ। ਤਾਂ ਭਗਤ ਕਬੀਰ ਸਾਹਿਬ ਜੀ ਅਜਿਹੇ ਲੋਕਾਂ ਬਾਰੇ ਕਹਿ ਰਹੇ ਹਨ, ਕਬੀਰ ਜਪਨੀ ਕਾਠ ਕੀ, ਕਿ ਜਿਹੜੀ ਰੁਦਰਾਖ ਦੀ, ਤੁਲਸੀ ਦੀ ਮਾਲਾ ਜਾਂ ਤਸਬੀਹ ਆਦਿਕ ਪਕੜ ਲਈ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਦਿਖਲਾ ਵਹਿ ਲੋਏ, ਇਹ ਕਾਹਦੇ ਪ੍ਰਕਾਰ ਲੋਕਾਂ ਨੂੰ ਦਿਖਾ ਰਿਹਾ ਹੈ, ਜਦ ਕਿ ਤੇਰੀ ਅਸਲ ਹਾਲਤ ਕੀ ਹੈ। ਹਿਰਦੈ ਰਾਮ ਨ ਚੇਤ ਹੀ, ਇਹ ਜਪਨੀ ਕਿਆ ਹੋਏ ਕਿ ਹਿਰਦੇ ਵਿੱਚ ਰੱਬ ਦਾ ਨਾਮ ਚੱਲ ਨਹੀਂ ਰਿਹਾ, ਪਰ ਬਾਹਰੋਂ ਮਾਲਾ ਦਾ ਮਣਕਾ ਚੱਲ ਰਿਹਾ। ਤਾਂ ਕਹਿੰਦੇ ਇਸ ਤਰ੍ਹਾਂ ਦਾ ਜੇ ਜਪ ਕਰ ਵੀ ਲਏਗਾ ਤਾਂ ਇਹਦੇ ਨਾਲ ਕੀ ਹੋਵੇਗਾ। ਮੈਂ ਕਈ ਐਸੇ ਦੇਖੇ, ਹੁਣ ਤਾਂ ਚਲੋ ਬਹੁਤ ਘੱਟ ਗਏ ਨੇ ਲੋਕ ਨਹੀਂ ਪਕੜਦੇ ਮਾਲਾ, ਮੈਂ ਕਈ ਦੇਖੇ ਐਸੇ ਆਪਣੇ ਬਚਪਨ ਦੇ ਵਿੱਚ, ਇੱਕ ਪਾਸੇ ਉਹਨਾਂ ਦੀ ਮਾਲਾ ਦਾ ਮਣਕਾ ਚੱਲਦੇ ਹੋਣਾ, ਦੂਜੇ ਪਾਸੇ ਉਹਨਾਂ ਦੀ ਜ਼ੁਬਾਨ 'ਤੇ ਗੱਲਾਂ ਚੱਲਦੀਆਂ ਹੋਣੀਆਂ, ਅਤੇ ਤੀਜੇ ਤਲ 'ਤੇ ਪਤਾ ਨਹੀਂ ਹਿਰਦੇ ਵਿੱਚ ਕੀ ਚੱਲ ਰਿਹਾ ਹੋਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਾਲਾ ਤਾਂ ਫੜ ਲਈ, ਪਰ ਮਾਲਾ ਦਾ ਜਿਹੜਾ ਅੰਤਰੀਵ ਰੂਪ ਦੇ ਵਿੱਚ ਕਰਮ ਧਾਰਨ ਕਰਨਾ ਸੀ ਉਹਨੂੰ ਨਹੀਂ ਕੀਤਾ। ਤਾਂ ਫਿਰ ਇਹਦੇ ਫੜਨ ਦਾ ਵੀ ਕੀ ਪ੍ਰਯੋਜਨ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਬੰਦੇ ਦੇ ਕੋਲ ਭੋਜਨ ਲੈ ਆਈਏ, ਭੋਜਨ ਪੇਸ਼ ਕਰ ਦਈਏ, ਉਹ ਭੋਜਨ ਨੂੰ ਦੇਖੀ ਜਾਵੇ ਅਤੇ ਦੇਖਣ ਦੇ ਨਾਲ ਹੀ ਕਹੇ ਮੇਰੀ ਭੁੱਖ ਮਿਟ ਜਾਏ, ਜਾਂ ਇਸੇ ਪ੍ਰਕਾਰ ਮੂੰਹ ਦੇ ਵਿੱਚ ਪਾ ਪਾ ਕੇ ਚਿੱਥ ਕੇ ਬਾਹਰ ਕੱਢੀ ਜਾਵੇ, ਅੰਦਰ ਉਤਾਰੇ ਨਾ, ਅਤੇ ਬਾਅਦ 'ਚ ਇਹ ਜ਼ਿਕਰ ਕਰੇ ਕਿ ਮੇਰੀ ਭੁੱਖ ਨਹੀਂ ਮਿਟੀ, ਤਾਂ ਫਿਰ ਉਸ ਮਨੁੱਖ ਨੂੰ ਅਣਜਾਣ ਕਿਹਾ ਜਾਏਗਾ। ਇਸੇ ਪ੍ਰਕਾਰ ਜੇ ਮਾਲਾ ਪਕੜ ਕੇ ਇੱਕ ਨੇਮ ਦੇ ਵਿੱਚ ਪੈ ਕੇ, ਪਹਿਲਾਂ ਨੇਮ ਦੇ ਵਿੱਚ ਹੀ ਨਹੀਂ ਪਏ, ਜੇ ਨੇਮ ਦੇ ਵਿੱਚ ਪੈ ਕੇ ਪ੍ਰੇਮ ਨਹੀਂ ਬਣਿਆ ਤਾਂ ਵੀ ਗੱਲ ਅਧੂਰੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਦਿਖਲਾਵੇ ਲੋਏ। ਔਰ ਜਦੋਂ ਦਿਖਲਾਵੇ ਸ਼ਬਦ ਵਰਤਿਆ, ਇਹਦਾ ਮਤਲਬ ਹੈ ਕਈ ਵਾਰ ਬੰਦਾ ਆਪਣੇ ਆਪ ਨੂੰ ਭਗਤ ਜਾਂ ਬੜਾ ਜਪ ਵਾਲਾ ਸਿੱਧ ਕਰਨ ਦੇ ਲਈ ਵੀ ਇਸ ਚੀਜ਼ ਦਾ ਸਹਾਰਾ ਲੈਂਦਾ ਹੈ। ਹੁਣ ਮੈਂ ਅੱਗੇ ਵੀ ਆਪ ਜੀ ਦੇ ਨਾਲ ਬਹੁਤ ਦਫਾ ਬੇਨਤੀ ਸਾਂਝੀ ਕੀਤੀ ਹੈ ਕਿ ਜਿਹੜਾ ਸਿਆਣੇ ਵਿਦਵਾਨ ਆਖਦੇ ਹਨ ਕਿ ਕੁਝ ਚੀਜ਼ਾਂ ਪਰਦੇ ਦੀਆਂ ਜਾਂ ਇੱਕ ਸੀਕਰਟ ਦੀਆਂ ਅਧਿਕਾਰੀ ਹੁੰਦੀਆਂ। ਸੀਕਰਟ ਦਾ ਮਤਲਬ ਇਹ ਹੈ ਕਿ ਜਿਵੇਂ ਇੱਕ ਕੰਜੂਸ ਬੰਦਾ ਆਪਣਾ ਧਨ ਲੁਕਾ ਕੇ ਰੱਖਦਾ ਹੈ ਨਾ, ਉਹ ਲਿਬਾਸ ਵੀ ਇਹੋ ਜਿਹਾ ਧਾਰਨ ਕਰਨ ਲੱਗ ਪੈਂਦਾ ਕਿ ਕਿਸੇ ਨੂੰ ਲੱਗੇ ਨਾ ਵੀ ਮੇਰੇ ਕੋਲ ਬੜਾ ਪੈਸਾ ਹੈ, ਅਤੇ ਫਿਰ ਹਰ ਵੇਲੇ ਮਰੂ ਵੀ ਉਹ ਕਰਨ ਲੱਗ ਪੈਂਦਾ ਹੈ ਕਿ ਜੀ ਨਹੀਂ ਸਾਡੇ ਕੋਲ ਤਾਂ ਕੁਝ ਨਹੀਂ, ਮਤਲਬ ਇਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਲੈਂਦਾ ਹੈ। ਇਸੇ ਪ੍ਰਕਾਰ ਜਦੋਂ ਅਸੀਂ ਬੰਦਗੀ ਦਾ ਕਰਮ ਕਰਦੇ ਹਾਂ ਤਾਂ ਉਦੋਂ ਸਾਨੂੰ ਬੜੀ ਪਵਿੱਤਰਤਾ ਅਤੇ ਬੜੀ ਜਿਹੜੀ ਇੱਕ ਰਾਜਦਾਰੀ ਰੱਖਣੀ ਚਾਹੀਦੀ ਹੈ, ਤਾਂ ਕਿ ਸਾਡੇ ਬੰਦਗੀ ਕਰਮ ਦੀ ਜਿਹੜੀ ਹੈ ਉਹ ਕੇਵਲ ਅਕਾਲ ਪੁਰਖ ਦੇ ਪ੍ਰਤੀ ਹੀ ਉਹ ਕਿੰਨੀ ਹੈ ਇਹ ਭਾਵ ਬਣਿਆ ਰਹੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਦਿਖਲਾਵੇ ਲੋਏ, ਕਿ ਦੁਨੀਆ ਨੂੰ ਭਰਮ ਖਾਤਰ ਭਰਮਾਉਣ ਖਾਤਰ ਇਹ ਮਾਲਾ ਪਕੜ ਲਈ ਹੈ, ਕਿ ਦੁਨੀਆ ਸਮਝਦੀ ਹੈ ਕਿ ਮਾਲਾ ਚੱਲ ਰਹੀ ਹੈ, ਸ਼ਾਇਦ ਇਹਦੇ ਹਿਰਦੇ ਵਿੱਚ ਵੀ ਸਵਾਸ ਪ੍ਰਭੂ ਦੀ ਯਾਦ ਚੱਲ ਰਹੀ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਾਲਤ ਕੀ ਹੈ, ਮਾਲਾ ਵੱਖਰੀ ਚੱਲ ਰਹੀ ਹੈ ਅਤੇ ਮਨ ਦੇ ਵਿਚਾਰ ਵੱਖਰੇ ਚੱਲ ਰਹੇ ਨੇ। ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੇਂ ਵਰਿਆਂ ਬੱਧੀ ਮਾਲਾ ਫੇਰ, ਹਿਰਦੈ ਰਾਮ ਨ ਚੇਤ ਹੀ, ਇਹ ਜਪਨੀ ਕਿਆ ਹੋਏ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ ਤਾਂ ਕਿ ਮਾਲਾ ਦੇ ਸੰਬੰਧ ਦੇ ਵਿੱਚ ਕਹਿੰਦੇ ਕੋਈ ਕਿਸੇ ਗੁਰੂਕੁਲ ਦੇ ਵਿੱਚ ਬਹੁਤ ਸਾਰੇ ਬੱਚੇ ਪੜ੍ਹਦੇ ਸਨ। ਉਸ ਗੁਰੂਕੁਲ ਦੇ ਉਸਤਾਦ ਨੇ ਇੱਕ ਵਾਰੀ ਬੱਚਿਆਂ ਨੂੰ ਮਾਲਾ ਵੰਡੀਆਂ
ਕਹਿਣ ਲੱਗਾ ਕਿ ਇੰਨੀਆਂ ਮਾਲਾ ਫੇਰ ਕੇ ਤੁਸੀਂ ਇਸ ਮੰਤਰ ਦਾ ਅਭਿਆਸ ਕਰਨਾ, ਅਤੇ ਜਦੋਂ ਸਾਰੀਆਂ ਮਾਲਾ ਫੇਰ ਲਓਗੇ ਫਿਰ ਮੇਰੇ ਪਾਸ ਆਉਣਾ। ਉਹ ਸਾਰੇ ਬੱਚੇ ਚਲੇ ਗਏ। ਉਹਨੇ ਕਿਹਾ ਇੰਨੀ ਗਿਣਤੀ 'ਚ ਫੇਰ ਨਹੀਂ, ਜਦੋਂ ਪੂਰੀਆਂ ਹੋ ਜਾਣ ਮੇਰੇ ਕੋਲ ਆ ਜਾਣਾ, ਫਿਰ ਆ ਕੇ ਦੱਸ ਦੇਣਾ। ਅਗਲੇ ਦਿਨ ਜਦੋਂ ਦੁਬਾਰਾ ਇਕੱਠੇ ਹੋਏ, ਉਹਨੇ ਇੱਕ ਨੂੰ ਪੁੱਛਿਆ, ਉਹ ਕਹੇ ਜੀ ਮੈਂ ਇੰਨੀਆਂ ਮਾਲਾ ਫੇਰੀਆਂ। ਸਾਰੇ ਦੱਸਦੇ ਗਏ ਕਿ ਇੰਨੀ ਵਾਰੀ ਫੇਰੀ, ਇੰਨੀ ਵਾਰੀ। ਇੱਕ ਬੱਚਾ ਹੋਰ ਸੀ, ਉਹ ਕਹਿਣ ਲੱਗਾ ਜੀ ਮੈਨੂੰ ਪਤਾ ਨਹੀਂ ਮੈਂ ਕਿੰਨੀ ਵਾਰੀ ਫੇਰੀ। ਮੈਂ ਕਹਿੰਦੀ ਜੀ ਮੈਂ ਭੁੱਲ ਗਿਆ ਇਸ ਗੱਲ ਤੋਂ, ਇਸ ਗੱਲ ਦਾ ਮੈਨੂੰ ਯਾਦ ਨਹੀਂ ਰਿਹਾ ਮੈਂ ਕਿੰਨੀ ਵਾਰੀ ਫੇਰੀ, ਅਤੇ ਇਸ ਕਰਕੇ ਮੈਂ ਤੁਹਾਡੇ ਕੋਲ ਖਿਮਾ ਮੰਗਦਾ। ਮੈਨੂੰ ਯਾਦ ਨਹੀਂ ਰਿਹਾ ਤੁਸੀਂ ਕਿੰਨੀ ਵਾਰੀ ਕਰਨੀ ਸੀ, ਕਿੰਨੀ ਵਾਰੀ ਕਿਹਾ ਸੀ, ਉਹ ਮੈਨੂੰ ਯਾਦ ਨਹੀਂ ਰਿਹਾ, ਇਸ ਕਰਕੇ ਮੈਂ ਤੁਹਾਡੀ ਆਗਿਆ ਨਹੀਂ ਪੂਰੀ ਕਰ ਸਕਿਆ, ਇਸ ਕਰਕੇ ਮੈਨੂੰ ਮੁਆਫੀ ਦੇ ਦਿਓ। ਤਾਂ ਉਹ ਕਹਿਣ ਲੱਗੇ ਕਿ ਤੂੰ ਪੂਰੀ ਕਿਉਂ ਨਹੀਂ ਕਰ ਸਕਿਆ? ਕਹਿੰਦਾ ਜਦੋਂ ਮੈਂ ਮਾਲਾ ਫੇਰਨੀ ਆਰੰਭ ਕੀਤੀ ਤਾਂ ਪਹਿਲਾਂ ਸੋਚ ਕੇ ਬੈਠਾ ਸਾਂ ਕਿ ਇੰਨੀਆਂ ਮਾਲਾ ਫੇਰਾਂਗਾ। ਕਹਿੰਦਾ ਮਾਲਾ ਫੇਰਨੀ ਸ਼ੁਰੂ ਕਰ ਦਿੱਤੀ, ਜਿਸ ਮੰਤਰ ਦਾ ਜਾਂ ਜਿਸ ਸ਼ਬਦ ਦਾ ਅਭਿਆਸ ਕਰ ਰਿਹਾ ਸਾਂ, ਨਾਲ ਨਾਲ ਕਰਦਿਆਂ ਕਰਦਿਆਂ ਮੇਰਾ ਧਿਆਨ ਉਸ ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਲੈਅ ਹੋ ਗਿਆ, ਪੂਰੀ ਤਰ੍ਹਾਂ ਲੀਨ ਹੋ ਗਿਆ, ਅਤੇ ਮੈਨੂੰ ਗਿਣਤੀ ਵਿਸਰ ਗਈ। ਅਤੇ ਉਹ ਫਿਰ ਪਤਾ ਨਹੀਂ ਕਿੰਨੀਆਂ 10 ਵਾਰੀ ਹੋਈ ਕਿ 20 ਵਾਰੀ ਹੋਈ ਕਿ ਪਤਾ ਨਹੀਂ 100 ਤੋਂ ਵਧੇਕ ਵਾਰੀ ਹੋ ਗਈ, ਮੈਨੂੰ ਯਾਦ ਨਹੀਂ ਰਿਹਾ। ਮੇਰਾ ਧਿਆਨ ਤਾਂ ਉਸ ਰਾਮ ਨਾਮ ਦੀ ਤਰਫ ਲੱਗ ਗਿਆ ਅਤੇ ਮੈਨੂੰ ਗਿਣਤੀ ਵਿਸਰ ਗਈ, ਅਤੇ ਤੁਹਾਡੀ ਆਗਿਆ ਦਾ ਖਿਆਲ ਨਹੀਂ ਰਿਹਾ, ਇਸ ਕਰਕੇ ਜਿੰਨੀ ਤੁਸੀਂ ਗਿਣਤੀ ਕਹੀ ਮੈਂ ਪੂਰੀ ਨਹੀਂ ਕਰ ਸਕਿਆ। ਉਹਦਾ ਉਸਤਾਦ ਬੜਾ ਖੁਸ਼ ਹੋਇਆ, ਉਹਨੇ ਉਹਨੂੰ ਗਲੇ ਦੇ ਨਾਲ ਲਗਾਇਆ। ਕਹਿੰਦਾ ਅਸਲ ਦੇ ਵਿੱਚ ਮਾਲਾ ਫੇਰੀ ਤੂੰ ਹੈ, ਬਾਕੀ ਤਾਂ ਕੇਵਲ ਗਿਣਤੀ ਤੱਕ ਰਹਿ ਗਏ ਨੇ ਕਿ ਇੰਨੀਆਂ ਫੇਰ ਆਏ, ਇੰਨੀ ਵਾਰੀ ਫੇਰ ਲਈ। ਦਰਅਸਲ ਰੱਬ ਦੇ ਵਿੱਚ ਵੀ ਇਹੀ ਕਿਹਾ ਸੀ ਕਿ ਜੋ ਵੀ ਧਰਮ ਦੀ ਸਾਧਨਾ ਪੈਦਾ ਕੀਤੀ ਜਾਂਦੀ ਸੀ, ਉਹਦਾ ਮਤਲਬ ਇਹੀ ਹੁੰਦਾ ਸੀ ਕਿ ਬੰਦਾ ਉਚੇਰੇ ਰੂਪ ਤੱਕ ਪਹੁੰਚ ਜਾਏ। ਹੁਣ ਜਿਹੜਾ ਬੱਚਾ ਸਕੂਲ ਦੇ ਵਿੱਚ ਦਾਖਲ ਹੁੰਦਾ, ਪਹਿਲੇ ਦਿਨ ਥੋੜ੍ਹਾ ਉਹ ਵਾਕ ਬਣਾਉਣੇ ਸ਼ੁਰੂ ਕਰ ਦਿੰਦਾ। ਪਹਿਲੇ ਦਿਨ ਤਾਂ ਉਹਨੂੰ ਅੱਖਰ ਦਾ ਬੋਧ ਦਿੱਤਾ ਜਾਂਦਾ, ਉਹ ਵੀ ਚਿੱਤਰ ਦੀ ਸਮਝ ਦੇ ਨਾਲ। ਹੁਣ ਜ਼ਮਾਨਾ ਐਡਵਾਂਸ ਹੋ ਗਿਆ, 3D ਚੀਜ਼ਾਂ ਆ ਗਈਆਂ ਨੇ। ਜਿਵੇਂ ਆਮ ਕਰਕੇ ਉਹਨੂੰ ਅੱਖਰ ਦਾ ਬੋਧ ਦੇਣਾ ਹੈ ਸੱਸੇ ਦਾ, ਤਾਂ ਉਹਨੂੰ ਸੇਬ ਦਾ ਦ੍ਰਿਸ਼ ਦਿਖਾਇਆ ਜਾਂਦਾ, ਇੱਥੋਂ ਤੱਕ ਕਿ ਸੇਬ ਪਕੜਾਇਆ ਵੀ ਜਾਂਦਾ ਤਾਂ ਕਿ ਸੱਸੇ ਦਾ ਬੋਧ ਹੋ ਜਾਵੇ। ਪਰ ਇਹ ਥੋੜ੍ਹਾ ਕਿ ਹੁਣ ਉਹ ਸਾਰੀ ਜ਼ਿੰਦਗੀ ਸੱਸੇ ਸੇਬ ਤੱਕ ਹੀ ਅਟਕਿਆ ਰਹੇ, ਉਹਨੂੰ ਅੱਗੇ ਜਾ ਕੇ ਵਾਕ ਵੀ ਘੜਨੇ ਪੈਣਗੇ। ਹੁਣ ਜਿਵੇਂ ਅਸੀਂ ਮੈਥ ਦੀਆਂ ਹਜ਼ਾਰਾਂ ਰਕਮਾਂ ਦਾ ਵਧਾ ਘਟਾ ਕਰਦੇ ਹਾਂ, ਤਾਂ ਉਹ ਇੱਕ ਇੱਕ ਕਰਕੇ ਥੋੜ੍ਹਾ ਜੋੜਦੇ ਹਾਂ। ਹੁਣ ਗੁਣਾ ਕਰਨ ਦੀ ਔਰ ਕਈ 100 ਜਾਂ ਕਈ ਲੱਖ ਗੁਣਾ ਕਰਨ ਦੀ ਪ੍ਰਤਿਭਾ ਸਾਡੇ ਅੰਦਰ ਆ ਗਈ ਹੈ, ਪਰ ਵਿਕਸਿਤ ਤਾਂ ਇੱਕ ਗੁਣਾ ਇੱਕ ਤੋਂ ਹੀ ਹੋਈ ਹੈ ਨਾ। ਤਾਂ ਇਸੇ ਪ੍ਰਕਾਰ ਜਿਹੜੇ ਕੁਝ ਧਰਮ ਦੇ ਨੇਮ ਬਣਦੇ ਸਨ ਉਹ ਚੰਗੇ ਸਨ। ਇਸ ਕਰਕੇ ਜਿੰਨੀਆਂ ਵੀ ਧਰਮ ਦੀਆਂ ਚੀਜ਼ਾਂ ਅੱਜ ਸਾਨੂੰ ਅਪ੍ਰਸੰਗਿਕ ਲੱਗਦੀਆਂ ਨੇ ਜਾਂ ਅਰਥ ਮਹੱਤਵਹੀਣ ਲੱਗਦੀਆਂ ਨੇ ਜਾਂ ਅਰਥਹੀਣ ਲੱਗਦੀਆਂ ਨੇ, ਉਹਦਾ ਕਾਰਨ ਹੀ ਇਹ ਹੈ ਕਿ ਜਿਹੜੇ ਬੰਦਿਆਂ ਨੇ ਉਸ ਢੰਗ ਨੂੰ ਅਪਣਾਇਆ ਉਹਨਾਂ ਨੇ ਉਹਦਾ ਉਚੇਰਾ ਰੂਪ ਸਮਝਿਆ ਹੀ ਨਹੀਂ। ਉਹਨਾਂ ਨੇ ਉਹਦੇ ਉਚੇਰੇ ਰੂਪ ਨੂੰ, ਹੁਣ ਗੁਰਬਾਣੀ ਦੇ ਵਿੱਚ ਜਿਵੇਂ ਮਾਲਾ ਦੀ ਗੱਲ ਹੁੰਦੀ ਤਾਂ ਭਗਤ ਕਬੀਰ ਸਾਹਿਬ ਜੀ ਦਾ ਆਰੰਭ ਵਾਲਾ ਸ਼ਲੋਕ ਦੇਖੋ ਕੀ ਆਖਦੇ ਹਨ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿੰਦੇ ਦੇਖੋ ਮੇਰੀ ਮਾਲਾ ਮੇਰੀ ਜ਼ੁਬਾਨ ਬਣ ਗਈ ਹੈ। ਮਤਲਬ ਕਿਉਂ? ਕਿਉਂਕਿ ਜ਼ੁਬਾਨ ਦੇ ਨਾਲ ਹੀ ਬੋਲਦਾ, ਜ਼ੁਬਾਨ ਮੁੱਖ ਦੁਆਰਾ ਸਵਾਸ ਲੈਂਦਾ ਹਾਂ। ਜੇ ਇੱਕ ਸਵਾਸ ਜਾਣ ਦੇ ਨਾਲ, ਅੰਦਰ ਜਾਣ ਨਾਲ ਮੇਰਾ ਜੀਵਨ ਬਣਦਾ, ਅਤੇ ਇਸੇ ਪ੍ਰਕਾਰ ਜ਼ੁਬਾਨ ਦੇ ਨਾਲ, ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਲੈਣਾ ਮੇਰੀ ਸਿਮਰਨੀ, ਮੇਰੀ ਮਾਲਾ ਹੈ। ਜਾਂ ਗੁਰੂ ਸਾਹਿਬ ਦੀ ਬਾਣੀ ਸਾਨੂੰ ਫਰਮਾਉਂਦੇ ਹਨ, ਸਤਿਗੁਰੂ ਸਾਹਿਬ ਜੀ ਦੇ ਵਾਕ ਹਨ, ਕੰਠ ਰਮਣੀय ਮਾਲਾ ਹਸਤ ਊਚ ਪ੍ਰੇਮ ਧਾਰਣੀ ਜਿਹੀ ਭਣਿਜੋ ਉਤਮ ਸ਼ਲੋਕ ਉਦਰਣੰ ਨੈਨ ਨੰਦਨੀ। ਕਿਸੇ ਪ੍ਰਕਾਰ ਕੇ ਪ੍ਰੇਮ ਸਹਿਤ ਬਾਰ ਬਾਰ ਆਪਣੀ ਜ਼ੁਬਾਨ ਤੋਂ ਮਾਲਕ ਦੇ ਗੁਣ ਉਚਾਰਨ ਕਰਨੇ, ਇਹ ਬੜੀ ਉੱਤਮ ਤਰੀਕੇ ਦੀ ਮਾਲਾ ਹੈ। ਅਤੇ ਇਸੇ ਪ੍ਰਕਾਰ ਇੱਕ ਗੁਰਬਾਣੀ 'ਚ ਇਹਦਾ ਵੀ ਨਿਸ਼ੇਧ ਮਿਲਦਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ। ਹੁਣ ਸੌਖਾ ਵੇਖੋ, ਅੱਗੇ ਵੀ ਮੈਂ ਆਪ ਜੀ ਦੇ ਨਾਲ ਕਿਹਾ ਕਿ ਬੰਦੇ ਧਰਮ ਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਨੇ ਅਤੇ ਸੌਖਾ ਢੰਗ ਅਪਣਾਉਂਦੇ ਨੇ। ਹੁਣ ਉਦਾਹਰਨ ਦੇ ਤੌਰ 'ਤੇ ਆਪਣੇ ਆਪ ਦੀ ਗੱਲ ਕਰੀਏ, ਆਪਣੇ ਆਪ ਨੂੰ ਭਗਤ ਸਿੱਧ ਕਰਨਾ ਹੈ, 2-3 ਤਰ੍ਹਾਂ ਦੀਆਂ ਮਾਲਾਵਾਂ ਰੱਖ ਲਈ ਜਾਣ। ਇੱਕ ਗਲੇ 'ਚ ਪਾ ਲਈ ਜਾਵੇ, ਹੱਥ 'ਤੇ ਲਪੇਟ ਲਈ ਜਾਵੇ, ਸਿਰ ਦੇ ਉੱਪਰ ਵੀ ਲਗਾ ਲਈ ਜਾਵੇ, ਇੱਕ ਹੱਥ ਦੇ ਵਿੱਚ ਫੇਰੀ ਵੀ ਜਾਈਏ। ਤਾਂ ਦੇਖਣ ਵਾਲਾ ਹੁਣ ਜਿਹੜਾ ਆਮ ਬੰਦਾ ਜਿਹੜਾ ਇਸ ਧਰਮ ਦੇ ਪੂਰੀ ਸਾਧਨਾ ਵਿੱਚ ਪਿਆ ਹੀ ਨਹੀਂ, ਉਹਨੇ ਤਾਂ ਸੁਭਾਵਿਕ ਸਮਝ ਹੀ ਲੈਣਾ ਕਿ ਜੀ ਇਹਦਾ ਤਾਂ ਰੋਮ ਰੋਮ ਬੰਦਗੀ ਦੇ ਵਿੱਚ ਪਰੋਇਆ ਹੋਇਆ। ਪਰ ਇਹ ਨਹੀਂ ਪਤਾ ਕਿ ਇਹਦੇ ਬਾਹਰੀ ਤੌਰ 'ਤੇ ਹੀ ਧਾਰਨ ਕੀਤਾ, ਅੰਦਰ ਇਹਦੇ ਕੁਝ ਨਹੀਂ ਚੱਲ ਰਿਹਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਿਰਦੈ ਰਾਮ ਨ ਚੇਤ ਹੀ ਇਹ ਜਪਨੀ ਕਿਆ ਹੋਏ। ਜੇ ਤੇਰੇ ਹਿਰਦੇ 'ਚ ਕੋਈ ਪ੍ਰਭੂ ਦਾ ਜ਼ਿਕਰ ਨਹੀਂ ਚੱਲ ਰਿਹਾ ਤਾਂ ਇਸ ਗੱਲ ਨੂੰ ਅਪਣਾਉਣ ਦਾ ਜਾਂ ਇਹਦੇ ਕਰਮ ਕਰਨ ਦਾ ਵੀ ਫਿਰ
ਤੈਨੂੰ ਕੀ ਲਾਭ। ਇਹਦਾ ਭਾਵ ਕਿ ਇਸ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਮਾਲਾ ਦਾ ਨਿਸ਼ੇਧ ਨਹੀਂ ਕਰ ਰਹੇ। ਉਹ ਕਹਿ ਰਹੇ ਕਿ ਇਹਨੂੰ ਧਾਰਨ ਕਰਨ ਦੇ ਬਾਵਜੂਦ ਵੀ ਤੇਰੇ ਅੰਦਰ ਕੋਈ ਪਰਿਵਰਤਨ ਨਹੀਂ ਆ ਰਿਹਾ, ਜਾਂ ਇੱਕ ਮਾਲਾ ਦੇ ਨੇਮ ਵਿੱਚ ਪੈ ਕੇ ਤੇਰਾ ਸਾਧਨਾ ਨੇਮ ਤੋਂ ਪਰਾਂ ਜਾਂ ਪ੍ਰੇਮ ਦੇ ਵਿੱਚ ਨਹੀਂ ਪ੍ਰਵਿਰਤ ਹੋ ਰਹੀ, ਤਾਂ ਤੇਰੇ ਇਸ ਕਰਮ ਦਾ ਵੀ ਕੀ ਲਾਭ ਹੈ। ਔਰ ਦੂਜੀ ਗੱਲ, ਇਹਦੇ ਵਿੱਚ ਇੱਕ ਹੋਰ ਵੀ ਪੱਖ ਹੈ ਕਿ ਜਦੋਂ ਬੰਦਾ ਧਰਮ ਨੂੰ ਅੰਤਰੀਵ ਨਹੀਂ ਨਾ ਧਾਰਨ ਕਰਦਾ, ਤਾਂ ਫਿਰ ਉਹ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਉਪਦਰਵ ਵੀ ਕਰ ਦਿੰਦਾ ਹੈ। ਉਪਦਰਵ ਕਿਵੇਂ ਕਰ ਦਿੰਦਾ? ਹੁਣ ਦੇਖੋ ਦੁਨੀਆਦਾਰੀ ਨੇ, ਹੁਣ ਦੁਨੀਆ ਵੀ ਬੜੇ ਇੱਕ ਗਲਤ ਆਭਾਸ ਦੇ ਵਿੱਚ ਰਹਿੰਦੀ ਹੈ। ਮੈਂ ਹੁਣ ਕੁਝ ਦਿਨਾਂ ਤੋਂ ਕੁਝ ਐਸਾ ਮਾਹੌਲ ਦੇਖ ਰਿਹਾ, ਤਾਂ ਕਰਕੇ ਗੱਲ ਕਰ ਰਹੇ। ਅਸੀਂ ਬਹੁਤੀ ਵਾਰੀ ਜੋ ਗੁਰਬਾਣੀ ਦੇ ਅਨੁਸਾਰ ਅਧਿਆਤਮ ਦਾ ਧਰਮ ਦਾ ਅਭਿਆਸ ਹੈ ਉਹ ਸਾਨੂੰ ਚੇਤੇ ਨਹੀਂ ਰਹਿੰਦਾ। ਅਸੀਂ ਜਿਹੜਾ ਉਹ ਧਰਮ ਦੇ ਨਾਂ 'ਤੇ ਲੋਕਾਂ ਦੁਆਰਾ ਪ੍ਰਚਲਿਤ ਜਿਹਾ ਅਭਿਆਸ ਬਣਾਇਆ ਉਹਨੂੰ ਸੱਚ ਮੰਨ ਲੈਂਦੇ ਹਾਂ, ਅਤੇ ਜਦੋਂ ਉਸ ਅਭਿਆਸ ਦੇ ਵਿੱਚੋਂ ਕੋਈ ਨੀਵਾਂਪਣ ਪੈਦਾ ਹੁੰਦਾ ਹੈ ਤਾਂ ਫਿਰ ਅਸੀਂ ਕਹਿ ਦਿੰਦੇ ਹਾਂ ਧਰਮ ਗਲਤ ਚੀਜ਼ ਹੈ, ਅਧਿਆਤਮ ਗਲਤ ਚੀਜ਼ ਹੈ। ਹੁਣ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਇਕੱਲੀ ਮਾਲਾ ਫੜਨ ਦੇ ਨਾਲ ਤੇਰਾ ਮਨ ਨਿਰਮਲ ਨਹੀਂ ਹੋਣ ਵਾਲਾ, ਤੈਨੂੰ ਹਿਰਦੇ ਦੇ ਵਿੱਚ ਗੱਲ ਵੀ ਚਲਾਉਣੀ ਪਏਗੀ। ਇਸ ਕਰਕੇ ਜੇ ਅਸੀਂ ਇਸ ਤਰ੍ਹਾਂ ਦੇ ਕਿਸੇ ਸ਼ਖਸ ਨੂੰ ਦੇਖਦੇ ਹਾਂ ਤਾਂ ਉਹਨੂੰ ਪੂਰਾ ਨਹੀਂ ਮੰਨ ਲੈਣਾ ਚਾਹੀਦਾ। ਅਗਰ ਜੇ ਉਹਦੇ ਮਨ 'ਚੋਂ, ਉਹਦੇ ਵਾਕਾਂ 'ਚੋਂ ਨਿਰਮਲਤਾ ਪ੍ਰਗਟ ਹੋ ਰਹੀ ਹੈ ਤਾਂ ਸਮਝ ਲੈਣਾ ਕਿ ਇਹ ਇਕੱਲੀ ਬਾਹਰੀ ਤੌਰ 'ਤੇ ਨਹੀਂ, ਇਹਦੇ ਅੰਤਰੀਵ ਵੀ ਕੋਈ ਮਾਲਾ ਚੱਲ ਰਹੀ ਹੈ। ਨਹੀਂ ਤਾਂ ਕਾਜੀ ਉਹ ਵੀ ਸੀ ਜਿਹਨੇ ਸਾਹਿਬਜ਼ਾਦਿਆਂ ਨੂੰ ਫਤਵਾ ਸੁਣਾਇਆ ਸੀ ਅਤੇ ਉਹਦੇ ਹੱਥ ਦੇ ਵਿੱਚ ਵੀ ਤਸਬੀਹ ਸੀ, ਪੰਜ ਨਮਾਜ਼ੀ ਸੀ, ਤਸਬੀਹ ਸੀ, ਹੋਰ ਸਾਰਾ ਕੁਝ ਕਰਦਾ ਸੀ, ਪਰ ਮਨ ਨਹੀਂ ਨਿਰਮਲ ਹੋਇਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਪਨੀ ਕਿਆ ਹੋਏ ਫਿਰ ਜੇ ਮਨ ਹੀ ਨਿਰਮਲ ਨਹੀਂ, ਜੇ ਮਨ ਹੀ ਭਟਕਦਾ ਰਿਹਾ ਹੈ, ਜੇ ਮਨ ਹੀ ਪ੍ਰਭੂ ਦੀ ਯਾਦ ਵਿੱਚ ਨਹੀਂ ਪਰੋਇਆ ਗਿਆ, ਤਾਂ ਫਿਰ ਇਹਦਾ ਕੀ ਅਰਥ ਰਹਿ ਜਾਂਦਾ ਹੈ। ਕਬੀਰ ਬਿਰਹੋਂ ਭਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਹੋਰ ਗੋਹਜ ਸਾਨੂੰ ਸੂਤਰ ਬਖਸ਼ਿਸ਼ ਕਰਕੇ ਨਵਾਜਦੇ ਹਨ। ਉਹ ਸੂਤਰ ਜਿਸ ਸੂਤਰ ਦੇ ਨਾਲ ਜੀਵਨ ਜਿਉਂਦਿਆਂ ਸਮਝਿਆ ਜਾਣਾ ਚਾਹੀਦਾ। ਮੈਂ ਇੱਕ ਦਿਨ ਕੀਰਤਨ ਸੁਭਾਵਕ ਸੁਣ ਰਿਹਾ ਸੀ, ਉਹਦੇ ਵਿੱਚ ਵਾਕ ਆਏ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਦੇਖੋ ਗੁਰਬਾਣੀ ਕਿੱਡੇ ਉੱਚੇ ਜੀਵਨ ਦੀ ਮੰਗ ਕਰਦੀ ਹੈ ਜਾਂ ਕਿੰਨੇ ਉੱਚੇ ਜੀਵਨ ਦਾ ਬਿਆਨ ਕਰਦੀ ਹੈ। ਗੁਰੂ ਸਤਿਗੁਰੂ ਸਾਹਿਬ ਜੀ ਜਾਂ ਅਕਸਰ ਰੋਜ਼ਾਨਾ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਆਖਾ ਜੀਵਾਂ ਵਿਸਰੈ ਮਰ, ਜਾਓ ਆਖਣ ਔਖਾ ਸਾਚਾ ਨਾਉ ਭਗਤ। ਮੈਂ ਬੜਾ ਹੈਰਾਨ ਹੋਇਆ ਇਸ ਗੱਲ 'ਤੇ ਕਿ ਅਸੀਂ ਉਹਦੇ ਦੋ ਅਰਥ, ਜਿਵੇਂ ਅਸੀਂ ਆਮ ਨਾ ਪੰਗਤੀ ਵਰਤਦੇ ਹਾਂ ਜਾਗ ਦੀ ਜ਼ਮੀਰ ਦੇ ਲਈ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਖਿਛ ਖਾਏ। ਇਹ ਪੰਗਤੀ ਜ਼ਮੀਰ ਦੇ ਨੁਕਤੇ ਲਈ ਵਰਤੀ ਜਾਂਦੀ ਹੈ, ਜਾਗ ਦੇ ਜ਼ਮੀਰ ਲਈ ਕਈ ਵਾਰੀ। ਪਰ ਮੈਂ ਦੇਖਿਆ ਕਿ ਉੱਪਰੋਂ ਦਾ ਪ੍ਰਸੰਗ ਦੇਖੋ, ਗੁਰੂ ਸਾਹਿਬ ਜੀ ਕਹਿ ਰਹੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ। ਕਿ ਜਿਹੜਾ ਪ੍ਰਭੂ ਦੀ ਯਾਦ ਨੂੰ ਛੱਡ ਕੇ ਜੀਵਨ ਬਤੀਤ ਕਰ ਰਿਹਾ ਹੈ ਉਸ ਗੱਲ ਨੂੰ ਭੁੱਲ ਗਿਆ। ਭਾਵ ਕਿ ਜੇ ਪਤਨੀ ਨੂੰ ਆਪਣੇ ਅਸਲ ਕੰਤ ਦਾ ਖਿਆਲ ਹੀ ਨਹੀਂ ਰਿਹਾ ਅਤੇ ਉਹਦੇ ਕੋਲ ਹੀ ਨਹੀਂ ਰਹੀ ਅਤੇ ਉਹਦੇ ਤੋਂ ਭਟਕ ਗਈ ਹੈ ਜਾਂ ਬੜੀ ਦੂਰ ਚਲ ਗਈ ਹੈ, ਅਤੇ ਫਿਰ ਕੋਈ ਹੋ ਸਕਦਾ ਚਲਾਕ ਬੰਦਾ ਉਹਦੇ ਉੱਪਰ ਦਾਅਵਾ ਕਰਦੇ ਕਿ ਇਹ ਤਾਂ ਮੇਰੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਪੱਤ ਜਾਂਦੀ ਰਹੇਗੀ। ਅਤੇ ਜਿਨ੍ਹੇ ਆਪਣੇ ਅਕਾਲ ਪੁਰਖ ਦੀ ਯਾਦ ਨੂੰ ਇੱਕੋ ਕੰਤ ਦੇ ਖਿਆਲ ਨੂੰ ਵਸਾਰ ਦਿੱਤਾ ਹੈ, ਫਿਰ ਉਹਨੂੰ ਵਕਾਰ ਠੱਗ ਹੀ ਲੈਣਗੇ ਅਤੇ ਉਹਨੂੰ ਸੁਹਾਗਣ ਹੁੰਦਿਆਂ ਹੋਇਆਂ ਵੀ ਦੁਹਾਗਣ ਸਾਬਤ ਕਰ ਦੇਣਗੇ ਅਤੇ ਜਿਉਂਦਿਆਂ ਜੀ ਉਹਦੀ ਪੱਤ ਜਾਂਦੀ ਰਹੇਗੀ। ਤਾਂ ਇਸੇ ਪ੍ਰਕਾਰ ਭਗਤ ਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਜੀਵੈ ਪਤ ਲੱਥੀ ਜਾਏ, ਕਿ ਜੇ ਜਿਉਂਦਿਆਂ ਪ੍ਰਭੂ ਦੀ ਯਾਦ ਤੈਨੂੰ ਵਿਸਰ ਗਈ ਤਾਂ ਤੇਰੀ ਸਾਰੀ ਪੱਤ ਜਾਂਦੀ ਰਹੇਗੀ। ਭਾਵ ਜਿਹੜੀ ਤੈਨੂੰ ਕੁਦਰਤੀ ਸ਼ੁੱਧਤਾ, ਪਾਵਨਤਾ, ਨਿਰਮਲਤਾ, ਉਚਾਈ ਮਿਲੀ ਹੈ ਪਰਮੇਸ਼ਰ ਵੱਲੋਂ, ਉਹ ਜਾਂਦੀ ਰਹੇਗੀ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ, ਕਬੀਰ ਬਿਰਹੋਂ ਭਯੰਗਮ ਮਨ ਵਸੈ। ਬਿਰਹੋਂ ਦਾ ਅਰਥ ਹੁੰਦਾ ਹੈ ਵਿਛੋੜਾ, ਭਯੰਗਮ ਦਾ ਅਰਥ ਹੁੰਦਾ ਸੱਪ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਵਸੈ, ਵਿਛੋੜੇ ਦਾ ਸੱਪ ਮੇਰੇ ਅੰਦਰ ਮਨ ਵਸਦਾ ਹੈ। ਮੰਤ ਨਾ ਮਾਨੈ ਕੋਏ। ਅਤੇ ਹੁਣ ਕੋਈ ਗਾਰੂੜੀ ਮੰਤਰ ਜਾਂ ਕੋਈ ਹੋਰ ਮੰਤਰ ਨਹੀਂ ਚੱਲਦਾ ਜਿਹਦੇ ਨਾਲ ਉਹ ਸੱਪ ਵਸ ਦੇ ਵਿੱਚ ਆ ਸਕੇ। ਇਸ ਕਰ ਕਹਿੰਦੇ ਰਾਮ ਵਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਜਿਹੜਾ ਪਰਮੇਸ਼ਰ ਦੇ ਬਿਰਹੋਂ ਦੇ ਭਾਵ ਵਿੱਚ ਪੈ ਗਿਆ ਉਹ ਅਵਲ ਤੇ ਦੁਨਿਆਵੀ ਤਲ ਦੇ ਹਿਸਾਬ ਨਾਲ ਜਿਉਂਦਾ ਨਹੀਂ। ਜੇ ਦੁਨਿਆਵੀ ਤਲ 'ਤੇ ਉਹ ਜਿਉਂਦਾ ਦਿਖੇ ਵੀ ਤਾਂ ਬੌਰਾ ਹੋਏ, ਅਤੇ ਉਹ ਬੌਰਾ ਭਾਵ ਮਸਤਾਨਾ ਹੋਇਆ ਫਿਰਦਾ। ਇਸੇ ਪ੍ਰਕਾਰ ਹੁਣ ਨਾ ਅਸੀਂ 12 ਮਾਹ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਪਹਿਲੀ ਪੰਕਤੀ ਦੁਆਰਾ ਯਾਦ ਕਰਵਾਇਆ ਹੈ ਕਿ ਭਗਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਾਂ ਭਗਤ ਸਾਹਿਬਾਨਾਂ ਨੇ ਬਾਰ-ਬਾਰ ਕਿਹਾ, ਬਹੁਤ ਜਨਮ ਵਿਛੜੇ ਥੇ ਮਾਧੋ
ਇਹ ਜਨਮ ਤੁਮਾਰੇ ਲੇਖੇ। ਹੁਣ ਮਨੁੱਖ ਪੁੱਛੇਗਾ ਵਿਛੜੇ ਕਿਵੇਂ ਆ? ਰੋਜ਼ਾਨਾ ਤਾਂ ਅਸੀਂ ਗੁਰੂ ਘਰ ਆਉਂਦੇ ਹਾਂ, ਸਤ ਸੰਗਤ 'ਚ ਵੀ ਬੈਠਦੇ ਹਾਂ, ਅਧਿਆਤਮ ਕਰਮ ਵੀ ਕਰਦੇ ਹਾਂ, ਵਿਛੜੇ ਕਿਵੇਂ ਹੋਏ ਆ? ਵਿਛੜੇ ਦਾ ਭਾਵ ਕੀ ਹੈ ਕਿ ਗੁਰੂ ਘਰ ਜਿੰਨਾ ਚਿਰ ਬਹਿੰਦੇ ਹਾਂ ਉਨਾ ਚਿਰ ਅਕਾਲ ਪੁਰਖ ਦੀ ਭਗਤੀ ਸਰੂਪ ਦੀ ਯਾਦ ਰਹਿੰਦੀ ਹੈ। ਜਦੋਂ ਗੁਰੂ ਘਰ ਦੀ ਦਹਲੀਜ਼ ਤੋਂ ਬਾਹਰ ਹੁੰਦੇ ਹਾਂ ਫਿਰ ਸਾਡਾ ਸੰਸਾਰ ਦੀ ਚਿਤਵਣੀ ਸ਼ੁਰੂ ਹੋ ਜਾਂਦੀ ਹੈ। ਔਰ ਦੂਜੀ ਗੱਲ, ਗੁਰੂ ਘਰ ਦੇ ਵਿੱਚ ਭਾਵੇਂ 4 ਘੰਟੇ ਬੈਠੇ ਰਹੀਏ, ਘਰ ਦਾ ਕੋਈ ਕੰਮ ਨਹੀਂ ਭੁੱਲਦਾ, ਪਰ ਗੁਰੂ ਘਰ ਦੇ ਵਿੱਚ 45 ਮਿੰਟ ਘੰਟਾ ਬੈਠ ਕੇ ਜਿਹੜਾ ਕਰਮ ਦ੍ਰਿੜ ਕਰਾਇਆ ਹੈ ਇਹ ਗੁਰੂ ਘਰੋਂ ਬਾਹਰ ਹੁੰਦਿਆਂ ਹੀ ਵਿਸਰ ਜਾਂਦਾ ਹੈ। ਇਹਦਾ ਮਤਲਬ ਵਿਛੜਨ ਦਾ ਭਾਵ ਇਹ ਹੈ ਕਿ ਹੁਣ ਦੇਖੋ ਆਮ ਕਰਕੇ ਕਈ ਵਾਰੀ ਵਾਰਤਾਲਾਪ ਕਿਸੇ ਦੇ ਨਾਲ ਹੁੰਦੀ ਹੈ ਤਾਂ ਉਹ ਕਹਿ ਦੇਣਗੇ ਜੀ, ਮਤਲਬ ਇੱਥੋਂ ਤੱਕ ਕਿ ਮੁੱਖ ਵਾਕ ਵੀ ਨਹੀਂ ਯਾਦ ਰਹਿੰਦਾ, ਸਵੇਰੇ ਕੀ ਮੁੱਖ ਵਾਕ ਆਇਆ ਸੀ, ਜਾਂ ਕਥਾ ਦੇ ਵਿੱਚ ਕਿਸ ਨੁਕਤੇ 'ਤੇ ਗੱਲ ਹੋਈ ਸੀ, ਜਾਂ ਕੀਰਤਨ ਕਿਸ ਵਿਸ਼ੇ ਦੇ ਦੁਆਲੇ ਗਾਇਨ ਕੀਤਾ ਗਿਆ ਸੀ, ਇਹ ਵੀ ਯਾਦ ਨਹੀਂ ਰਹਿੰਦਾ। ਪਰ ਦੁਨੀਆਵੀ ਕੰਮ ਪੂਰੇ ਯਾਦ ਨੇ। ਪਤਾ ਹੈ ਕਿ 8:30 ਗੁਰੂ ਘਰੋਂ ਨਿਕਲਦਿਆਂ ਜਾਂਦੇ ਪਹਿਲਾ ਕੰਮ ਆਹ ਕਰਨਾ ਔਰ ਇਸ ਰੂਪ ਦੇ ਵਿੱਚ ਕਰਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਬਿਰਹੋ ਭਯੰਗਮ ਮਨ ਵਸੈ। ਜਿਹਨੂੰ ਆਪਣੇ ਵਿਛੜਨ ਦੀ ਸੋਝੀ ਆ ਗਈ ਹੈ ਕਿ ਉਹਨੂੰ ਪਤਾ ਮੈਂ ਵਿਛੜਿਆ ਹੋਇਆ, ਮੇਰੇ ਕਰਮ ਵਿਛੜਿਆਂ ਵਾਲੇ ਨੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੰਤ ਨਾ ਮਾਨੈ ਕੋਏ। ਫਿਰ ਦੁਨੀਆ ਭਾਵੇਂ ਉਹਨੂੰ ਜਿੰਨਾ ਮਰਜ਼ੀ ਰਜਾਵੇ, ਦੁਨੀਆ ਦਾ ਮੰਤਰ ਉਹਦੇ 'ਤੇ ਨਹੀਂ ਚੱਲਦਾ। ਭਾਵੇਂ ਦੁਨੀਆ ਕਿੰਨੀਆਂ ਵੀ ਗੱਲਾਂ ਸੁਣਾਵੇ, ਕਿੰਨੇ ਵੀ ਝਾੜੇ ਹੂਕੇ ਕਰੇ, ਉਹਦਾ ਅੰਦਰੂਨੀ ਵਿਛੋੜੇ ਦਾ ਸੱਪ ਨਹੀਂ ਮਰਦਾ, ਜਾਂ ਉਹ ਕਿਸੇ ਪ੍ਰਕਾਰ ਕਰਕੇ ਨਹੀਂ ਉਹਦੇ ਨਾਲ ਵਸ ਆਉਂਦਾ। ਉਹ ਵਸ ਆਉਂਦਾ ਹੈ ਪ੍ਰਭੂ ਦੀ ਯਾਦ ਦੇ ਨਾਲ। ਇਸੇ ਕਰਕੇ ਜਦੋਂ ਗੁਰੂ ਸਾਹਿਬ ਨੇ ਕਿਹਾ ਨਾ ਕਰਕ ਕਲੇਜੇ ਮਾਹੇ, ਤਾਂ ਉਹ ਦੁਨੀਆ ਨੇ ਕਿਹਾ ਕਿ ਮਾਤਾ ਪਿਤਾ ਨੇ ਕਿਹਾ ਘੁੰਮ ਫਿਰ ਆਓ, ਕਿਸੇ ਆਲੇ ਦੁਆਲੇ ਚਲੇ ਜਾਓ, ਤੁਹਾਡਾ ਮਨ ਬਤੀਤ ਜਾਏ। ਪਰ ਗੁਰੂ ਸਾਹਿਬ ਦੀ ਉਹ ਇਕਾਂਤ ਭਾਵ ਦੇ ਵਿੱਚ ਬੈਠੇ ਰਹੇ। ਤਾਂ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵਿਛੁੰਨੇ ਹੋਏ ਹਾਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਉਹ ਜਿਉਂਦੇ ਨਹੀਂ, ਜੇ ਜਿਉਂਦੇ ਨੇ ਤਾਂ ਬੌਰਿਆਂ ਵਾਂਗ। ਬੌਰਿਆਂ ਦਾ ਭਾਵ ਕਿ ਦੁਨੀਆ ਦੀ ਕੋਈ ਸੂਝ ਨਹੀਂ ਹੈ, ਨਾ ਦੁਨੀਆ ਦੀ ਕੋਈ ਅਪੇਕਸ਼ਾ ਹੈ। ਗੁਰਬਾਣੀ ਭਗਤ ਕਬੀਰ ਫਰੀਦ ਸਾਹਿਬ ਜੀ ਦੇ ਨਾ ਵਾਕ ਨੇ, ਬੜੀ ਵੱਡੀ ਉਹਨਾਂ ਨੇ ਜੀਵਨ ਦੀ ਮੰਗ ਕੀਤੀ ਹੈ। ਕਹਿੰਦੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨ ਉਪਜੈ, ਸੋ ਤਨ ਜਾਣ ਮਸਾਨ। ਜਿਸ ਸਿੱਖ ਨੂੰ ਅੰਮ੍ਰਿਤ ਵੇਲੇ ਉੱਠਦਿਆਂ, ਅੰਮ੍ਰਿਤ ਵੇਲੇ ਦੇ ਆਰੰਭ ਹੋਣ ਦੇ ਨਾਲ ਆਪਣੇ ਗੁਰੂ ਦੀ ਕਹੇ ਹੋਏ ਵਾਕ ਸੰਭਾਲਣ ਦਾ ਖਿਆਲ ਨਹੀਂ ਆਉਂਦਾ, ਭਾਵ ਕਿ ਇਸ ਤਰ੍ਹਾਂ ਦਾ ਬਿਰਹਾ ਨਹੀਂ ਜਾਗਦਾ, ਜਾਂ ਜਦੋਂ ਕਦੇ ਉਸ ਨੇਮ ਤੋਂ ਵਿਰਵਾ ਰਹਿ ਕੇ ਉਹਨੂੰ ਕੋਈ ਆਪਣੇ ਆਪ ਉੱਪਰ ਝੋਰਾ ਨਹੀਂ ਆਉਂਦਾ, ਤਾਂ ਇਸ ਤਰ੍ਹਾਂ ਦਾ ਜਿਹੜਾ ਜੀਵਨ ਹੈ, ਭਗਤ ਫਰੀਦ ਸਾਹਿਬ ਜੀ ਕਹਿੰਦੇ ਸੋ ਤਨ ਜਾਣ ਮਸਾਨ, ਉਹ ਤਾਂ ਜਿਉਂਦੇ ਮਸਾਣਾ ਵਿੱਚ ਜਾਣ ਦੀ ਨਿਆਈ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਬਿਯੋਗੀ ਨਾ ਜੀਐ। ਦੁਨੀਆ ਦਾ ਇੱਕ ਕਾਰਜ ਵੀ ਨਹੀਂ ਚੇਤਾ ਭੁੱਲਦਾ, ਪਰ ਜਿਸ ਪਰਮ ਕਾਜ ਦੀ ਸਾਧਨਾ ਦੀ ਜੀਵਨ ਪ੍ਰਾਪਤ ਹੋਇਆ ਉਹ ਬਾਰ-ਬਾਰ ਵਿਸਰਦਾ ਹੈ, ਬਾਰ-ਬਾਰ ਯਾਦ ਕਰਨਾ ਪੈਂਦਾ। ਮੈਨੂੰ ਕਿਸੇ ਗਿਆਨੀ ਦੇ ਕਹੇ ਵਾਕ ਯਾਦ ਨੇ, ਕਹਿੰਦਾ ਦੇਖੋ ਪ੍ਰਭੂ ਦੀ ਯਾਦ ਦਾ ਸਿਲਸਿਲਾ, ਵਿਦੇਸ਼ ਦੇ ਵਿੱਚ ਪੁੱਤਰ ਹੈ, ਮਾਤਾ ਦੇਸ਼ ਦੇ ਵਿੱਚ, ਇੱਧਰ ਬੈਠੀ ਹੈ, ਪੁੱਤਰ ਨੂੰ ਯਾਦ ਕਰਨਾ ਹੈ, ਕੋਈ ਢੋਲਕੀ ਨਹੀਂ ਵਜਾਉਣੀ ਪੈਂਦੀ, ਕੋਈ ਵਾਜੇ ਦੇ ਸੁਰ ਨਹੀਂ ਕੱਢਣੇ ਪੈਂਦੇ, ਕੋਈ ਸਾਜ਼ ਨਹੀਂ ਛੇੜਨਾ ਪੈਂਦਾ, ਉਹ ਬਸ ਬੈਠੀ ਬੈਠੀ ਉਹਦੀ ਯਾਦ 'ਚ ਲੀਨ ਹੋ ਜਾਂਦੀ। ਪਰ ਕਹਿੰਦੇ ਪ੍ਰਭੂ ਦੀ ਯਾਦ 'ਚ ਜੁੜਨ ਲਈ ਸਾਜ਼ ਵੀ ਵਜਾਉਣਾ ਪੈਂਦਾ ਹੈ, ਉਹਨੂੰ ਤਾਲ ਵੀ ਦੇਣਾ ਪੈਂਦਾ, ਸ਼ਬਦ ਵੀ ਪਾਉਣਾ ਪੈਂਦਾ, ਫਿਰ ਜਾ ਕੇ ਕਿਤੇ ਮਨ ਜੁੜਦਾ। ਇਹਦਾ ਭਾਵ ਇਹ ਹੈ ਕਿ ਰਾਮ ਬਿਯੋਗੀ ਨਾ ਦੀ। ਇਸ ਕਰਕੇ ਉਹ ਦੁਨੀਆਦਾਰੀ ਤੋਂ ਮਸਤਾਨੇ ਵਾਲਾ ਭਾਵ ਰੰਗ ਹੱਸੇ ਰੰਗ ਰੋਵੇ, ਚੁੱਪ ਪੀ ਕਰ ਜਾਏ, ਪ੍ਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ ਹੀ। ਰੰਗ ਰੋਵੇ ਦਾ ਭਾਵ ਕੀ ਹੈ ਕਿ ਜਦੋਂ ਉਹਨੂੰ ਖਿਆਲ ਆਉਂਦਾ ਹੈ ਕਿ ਮੈਂ ਵਿਛੜਿਆ ਹੋਇਆ, ਉਹਦੇ ਨੇਤਰਾਂ 'ਚੋਂ ਨੀਰ ਚੱਲਦਾ। ਜਦੋਂ ਉਹ ਚੁੱਪ ਕਰ ਜਾਂਦਾ ਹੈ, ਇਹਦਾ ਮਤਲਬ ਇਹ ਹੈ ਕਿ ਉਹਦਾ ਜਿਹੜੀ ਵਿਛੜੇ ਹੋਣਾ ਹੈ ਉਹ ਸਾਇਲੈਂਸ ਵਿੱਚ ਚਲਾ ਗਿਆ ਹੈ। ਅਤੇ ਜਦੋਂ ਹੱਸਦਾ ਹੈ, ਇਹਦਾ ਮਤਲਬ ਉਹਨੂੰ ਕੋਈ ਖਿਆਲ ਆ ਗਿਆ ਕਿ ਜੇ ਵਿਛੋੜਿਆ ਤਾਂ ਉਹ ਮਿਲਾਵੇਗਾ ਵੀ। ਉਹ ਆਪਣੀ ਅੰਤਰ ਅਵਸਥਾ ਨੂੰ ਆਪੇ ਹੀ ਮਾਣਦਾ ਰਹਿੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹਾ ਇਨਸਾਨ ਦੁਨੀਆਦਾਰੀ ਤਲ 'ਤੇ ਜਿਉਂਦਾ ਨਹੀਂ, ਜੇ ਜਿਉਂਦਾ ਹੈ ਤਾਂ ਬੌਰਿਆਂ ਵਾਂਗ ਜਿਉਂਦਾ, ਅਤੇ ਦੁਨੀਆ ਉਹਦੀ ਸਾਰ ਨਹੀਂ ਜਾਣਦੀ। ਇਸੇ ਕਰਕੇ ਗੁਰਬਾਣੀ 'ਚ ਨਾ ਵਾਕ ਆਉਂਦਾ ਹੈ, ਅਤੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸੈਆਨੀ ਮੈਂ ਬੌਰਾ। ਅਤੇ ਭਗਤ ਕਬੀਰ ਸਾਹਿਬ ਜੀ ਦੇ ਬੌਰਾ ਆਪ ਨਾ ਕੀਓ ਰਾਮ ਕੀਓ ਬੌਰਾ, ਕਿ ਉਹਨੇ ਆਪਣੀ ਯਾਦ ਦੇ ਦਿੱਤੀ, ਹੁਣ ਉਹਦੀ ਯਾਦ ਨੂੰ ਸੰਭਾਲਦਾ ਰਹਿਣਾ ਅਤੇ ਦੁਨੀਆਦਾਰੀ ਵਿਸਰ ਜਾਂਦੀ। ਜਾਂ ਭਗਤ ਕਬੀਰ ਸਾਹਿਬ ਜੀ ਦੇ ਵਾਕ ਨੇ, ਜਬ ਲਗ ਧਾਗਾ ਬਾਹੋ ਬੇਹੀ, ਤਬ ਲਗ ਵਿਸਰੈ ਰਾਮ ਸਨੇਹ। ਕਹਿੰਦੇ ਹੁਣ ਮੈਨੂੰ ਤਾਂ ਇਹ ਲੱਗਦਾ ਕਿ ਮੈਂ ਹਰ ਵੇਲੇ ਪ੍ਰਭੂ ਦੀ ਯਾਦ ਸੰਭਾਲਦਾ ਰਹਾਂ। ਕਹਿੰਦੇ ਉਹਦੇ ਸੰਭਾਲਣ ਦੇ ਸਿਲਸਿਲੇ 'ਚ ਵਿੱਚ ਦੁਨੀਆ ਦੇ ਸਿਲਸਿਲੇ ਮਗਰ ਰਹਿ ਜਾਂਦੇ ਨੇ, ਅਤੇ ਲੋਕ ਫਿਰ ਕਹਿ ਦਿੰਦੇ ਨੇ ਕਿ ਇਹਨੂੰ ਕੰਮ ਕਰਨ ਦਾ ਹੁਨਰ ਨਹੀਂ ਹੈ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਪਾਰਸ ਚੰਦਨੈ ਤਿੰਨ ਹੈ ਏਕ ਸੁਗੰਧ,
ਤਿਹ ਮਿਲ ਤੇਊ ਊਤਮ ਭਏ ਲੋਹ ਕਾਠ ਨਿਰਗੰਧ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਤਮ ਹੋਣ ਦੇ ਲਈ ਉੱਤਮ ਦੇ ਨੇੜੇ ਜਾਣਾ ਪੈਂਦਾ ਹੈ। ਬੰਦਾ ਅਨਪੜ੍ਹ ਹੋਵੇ, ਕਿਸੇ ਪੜ੍ਹੇ ਲਿਖੇ ਦੇ ਕੋਲ ਜੜਿਆ ਜਾਵੇ ਤੇ ਵਿਦਿਆ ਦਾ ਧਨ ਉਹਦੇ ਕੋਲ ਆ ਜਾਂਦਾ। ਧਨ ਕੋਲ ਨਾ ਹੋਵੇ, ਸ਼ਾਹੂਕਾਰ ਦੇ ਕੋਲ ਕਲਿਆ ਜਾਵੇ, ਧਨ ਪ੍ਰਾਪਤ ਹੋ ਜਾਂਦਾ ਹੈ। ਰੋਗੀ ਹੈ, ਵੈਦ ਕੋਲ ਚਲਿਆ ਜਾਵੇ, ਤੰਦਰੁਸਤੀ ਮਿਲ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਰਸ ਚੰਦਨ। ਪਾਰਸ ਦੇ ਕੋਲ ਤੇ ਚੰਦਨ ਦੇ ਕੋਲ ਇੱਕ ਉੱਤਮ ਗੁਣ ਹੈ ਕਿ ਚੰਦਨ ਦੇ ਕੋਲ ਐਸੀ ਖੁਸ਼ਬੂ ਹੈ ਜਿਹੜੀ ਸਾਰਿਆਂ ਨੂੰ ਖੁਸ਼ਬੂਦਾਰ ਕਰ ਦਿੰਦੀ ਹੈ, ਅਤੇ ਪਾਰਸ ਦੇ ਕੋਲ ਐਸੀ ਛੋਹ ਹੈ ਜਿਹੜੀ ਲੋਹੇ ਨੂੰ ਵੀ ਸੋਨਾ ਕਰ ਦਿੰਦੀ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਿਹ ਮਿਲ ਤੇਊ ਊਤਮ ਪਏ। ਜਿਹੜਾ ਲੋਹਾ ਪਾਰਸ ਨੂੰ ਮਿਲ ਗਿਆ ਉਹ ਕੰਚਨ ਹੋ ਗਿਆ, ਅਤੇ ਜਿਹੜਾ ਰੁੱਖ ਚੰਦਨ ਦੇ ਨੇੜਾ ਚਲਾ ਗਿਆ ਉਹ ਖੁਸ਼ਬੂਦਾਰ ਹੋ ਗਿਆ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਰੱਬੀ ਰੂਪ ਦੇ ਵਿੱਚ ਜਿਹੜੇ ਮਤਲਬ ਰੁੱਖ ਦੀ ਨਿਆਈ ਅਗਰ ਛੋਹ ਦੇ ਉਹਦੇ ਲਾਗੇ ਨੇੜੇ ਵੀ ਰਹਿਣਾ, ਭਾਵ ਕਿ ਜਿਹੜੇ ਗੁਰੂ ਦੀ ਸ਼ਰਨ ਵਿੱਚ ਰਹਿਣਾ ਸਿੱਖ ਗਏ, ਸ਼ਰਨ ਵਿੱਚ ਰਹਿੰਦਿਆਂ ਚੰਦਨ ਰੂਪ ਗੁਰੂ ਦੇ ਜਿਹੜੇ ਗੁਣ ਸਨ ਉਹਨਾਂ ਦੇ ਅੰਦਰ ਆਉਣੇ ਸ਼ੁਰੂ ਹੋ ਗਏ, ਅਤੇ ਉਹਨਾਂ ਦਾ ਜੀਵਨ ਭਗਤੀ ਅਤੇ ਧਰਮ ਦੇ ਗੁਣਾਂ ਦੀ ਮਹਿਕ ਵਾਲਾ ਬਣ ਗਿਆ। ਅਤੇ ਜੇ ਉਹਨਾਂ ਦਾ ਜੀਵਨ ਪਾਪ ਦੇ ਵਾਂਗ ਲੋਹੇ ਵਰਗਾ ਸੀ, ਅਤੇ ਜਦੋਂ ਸਤਿਗੁਰੂ ਨੂੰ ਛੋਹ ਗਿਆ, ਸਤਿਗੁਰੂ ਦੇ ਚਰਨਾਂ ਦੀ ਛੋਹ ਨਾਲ ਬਣ ਗਿਆ, ਤਾਂ ਉਹਨਾਂ ਦਾ ਜੀਵਨ ਕੰਚਨ ਵਰਗਾ ਹੋ ਗਿਆ। ਭਾਵ ਕਿ ਹੁਣ 1 ਕਿਲੋ ਲੋਹਾ ਹੋਵੇ ਤਾਂ ਉਹਦੀ ਕੀਮਤ ਹੱਦ 50-60 ਰੁਪਏ ਹੋਏਗੀ, ਅਤੇ 1 ਕਿਲੋ ਸੋਨਾ ਹੋਏ ਤਾਂ ਉਹਦੀ ਕਿੰਨੀ ਕੀਮਤ ਹੋਏਗੀ, ਲੱਖਾਂ ਵਿੱਚ ਹੋ ਸਕਦੀ ਹੈ। ਭਾਵ ਕਿ ਜਦੋਂ ਰੱਬੀ ਗੁਣ ਜੀਵਨ ਦੇ ਵਿੱਚ ਸਮਾ ਗਏ ਅਤੇ ਜਿਹੜੇ ਜੀਵਨ ਦਾ ਕੋਈ ਅਰਥ ਨਹੀਂ ਸੀ ਲੱਗਦਾ, ਲੋਹੇ ਵਾਂਗ ਬੜਾ ਘੱਟ ਮਹੱਤਵ ਵਾਲਾ ਲੱਗਦਾ ਸੀ, ਜਦੋਂ ਰੱਬੀ ਗੁਣ ਉਹਦੇ ਅੰਦਰ ਸਮਾ ਗਏ ਤਾਂ ਉਹੀ ਫਿਰ ਜੀਵਨ ਬੜੀ ਵੱਡੀ ਵਾਲਾ ਮਹਿਮਾ ਵਾਲਾ ਹੋ ਗਿਆ। ਜਿਵੇਂ ਗੁਰਬਾਣੀ 'ਚ ਵਾਕ ਹਨ, ਜਾ ਕੇ ਨਿਕਟ ਨ ਆਵੈ ਕੋਈ ਸਗਲ ਸ੍ਰਿਸ਼ਟ ਉਆਂ ਕੇ ਚਰਨ ਮਲ ਧੋਈ। ਕਿ ਜਿਹਦੇ ਨਿਕਟ ਕੋਈ ਬਹਿਣਾ ਨਹੀਂ ਸੀ ਪਸੰਦ ਕਰਦਾ, ਜਿਹਨੂੰ ਉਹਨੇ ਭਗਤੀ ਦਾ ਮਾਰਗ ਫੜ ਲਿਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੌਵੇਂ ਵਰਨ ਉਹਦੀ ਸ਼ਰਨ ਆ ਕੇ ਪੈਂਦੇ ਹਨ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਗੁਰਮੁਖਾਂ ਦੀ ਸੋਹਬਤ, ਸਤਿਗੁਰੂ ਦੀ ਸੰਗਤ ਚੰਦਨ ਵਰਗੀ ਵੀ ਹੁੰਦੀ ਹੈ, ਪਾਰਸ ਵਰਗੀ ਵੀ ਹੁੰਦੀ ਹੈ। ਜੇ ਨੇੜੇ ਰਹੇਗਾ ਅਤੇ ਗੁਣਾਂ ਦੀ ਮਹਿਕ ਆ ਜਾਏਗੀ, ਅਤੇ ਜੇ ਬਿਲਕੁਲ ਨਾਲ ਛੋ ਜਾਏਗਾ, ਭਾਵ ਕਿ ਆਪਣੀ ਰਸਨਾ ਦੇ ਨਾਲ ਕਰਮ ਕਰਨਾ ਸ਼ੁਰੂ ਕਰ ਦੇਗਾ, ਤਾਂ ਫਿਰ ਕੰਚਨ ਵਰਗਾ ਵੀ ਹੋ ਜਾਏਗਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 4 ਸ਼ਲੋਕਾਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ ਕਿ ਸਾਡਾ ਜੀਵਨ ਕੂਕਰ ਦੇ ਸਮਰਪਣ ਵਰਗਾ ਹੋਣਾ ਚਾਹੀਦਾ ਹੈ। ਕਿ ਜਿਵੇਂ ਉਹ ਅਗਰ ਉਹ ਕੂਕਦਾ ਵੀ ਹੈ ਅਤੇ ਆਪਣੇ ਮਾਲਕ ਖਾਤਰ, ਜੇ ਉਹ ਬੈਠਦਾ ਅਤੇ ਆਪਣੇ ਮਾਲਕ ਦੇ ਦਰ 'ਤੇ, ਇਵੇਂ ਅਕਾਲ ਪੁਰਖ ਦੀਆਂ ਸਾਰੀਆਂ ਰਹਿਮਤਾਂ ਨੂੰ ਮਾਣਦਿਆਂ ਉਹਦੇ ਸ਼ੁਕਰਾਨੇ 'ਚ, ਉਹਦੀ ਸਿਫਤ ਸਲਾਹ ਦੇ ਦਰ 'ਤੇ, ਉਹਦੇ ਭਰੋਸੇ ਦੇ ਦਰ 'ਤੇ ਬੈਠੇ ਰਹਿਣਾ ਸਾਡੇ ਜੀਵਨ ਦੀ ਸਫਲਤਾ ਹੈ। ਇਸੇ ਪ੍ਰਕਾਰ ਅਗਰ ਧਰਮ ਦਾ ਕੋਈ ਵੀ ਕਰਮ ਅਪਣਾਉਣਾ ਹੈ ਅਤੇ ਕੇਵਲ ਉਹਦੇ ਪਹਿਲੇ ਪੜਾਅ ਤੱਕ ਨਾ ਸੀਮਤ ਰਹਿ ਜਾਈਏ, ਉਹਦਾ ਅਗਲਾ ਭਾਵ ਵੀ ਧਾਰਨ ਕਰੀਏ। ਤਾਂ ਇਸੇ ਪ੍ਰਕਾਰ ਜਦੋਂ ਪ੍ਰਭੂ ਦੇ ਵਿਛੋੜੇ ਦਾ ਸੱਲ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਦੁਨੀਆਦਾਰੀ ਵਾਲੀ ਤੋਰ ਵਿਸਰ ਜਾਂਦੀ ਹੈ। ਅਤੇ ਇਸੇ ਪ੍ਰਕਾਰ ਗੁਰਮੁਖਾਂ ਦੀ ਸੋਹਬਤ, ਗੁਰੂ ਕੀ ਸੰਗਤ ਚੰਦਨ ਵਰਗੀ, ਪਾਰਸ ਵਰਗੀ ਹੁੰਦੀ ਹੈ, ਜਿਸ ਨੂੰ ਕਰਨ ਦੇ ਨਾਲ ਮਨੁੱਖ ਦਾ ਜੀਵਨ ਬੜਾ ਉਚੇਰਾ ਹੋ ਜਾਂਦਾ ਹੈ। ਇਸ ਕਰਕੇ ਵਾਕ ਪ੍ਰਾਪਤ ਨਾ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤ੍ਰਿਭਵਨ ਸਿਉਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਕਿੱਡਾ ਵੱਡਾ ਸਾਧ ਸੰਗਤ ਦਾ ਮਹੱਤਵ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਡੇ ਸਾਰਿਆਂ ਦੀ ਕਰਮਸ਼ੀਲਤਾ ਸ਼ਲੋਕਾਂ ਦੇ ਉਪਦੇਸ਼ ਅਨੁਸਾਰ ਹੋ ਜਾਏ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਰਮੁਖ ਰੱਖਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ